Excellent. Praise the Lord, House of Glory, Punjabi Church. Jai Masih ki House of Glory, Punjabi Church. No, say. Our topic for today is Gifts, Callings and Ministries, Part 2. ਤੇ ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਹੈਗਾ ਪਰਮੇਸ਼ਰ ਦੇ ਜੋ ਗਿਫਟਸ ਉਹਨਾਂ ਦੇ ਜੋ ਵਰਦਾਨ ਹੈ ਉਹਨਾਂ ਦੀ ਬੁਲਾਹਟ ਤੇ ਸੇਵਕਾਈ ਉਹਦਾ ਦੂਜਾ ਭਾਗ I will just touch up on what I finished with in the first part, and that was I was talking about the classical pastor, and now I'm going to talk about the non-classical pastor. ਤੇ ਮੈਂ ਥੋੜਾ ਜਿਹਾ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਪੁਰਾਣਾ ਟੌਪਿਕ ਜੋ ਪਿਛਲੀ ਵਾਰ ਕੀਤਾ ਸੀ ਉਹਨੂੰ ਛੂਣਾ ਚਾਹੂੰਗਾ ਕਿ ਆਪਾਂ ਇੱਥੇ ਖਤਮ ਕੀਤਾ ਸੀਗਾ ਕਿ ਕਲਾਸਿਕ ਪਾਸਟਰ ਇੱਕ ਤਾਂ ਜਿਹੜੇ ਕਿ ਆਪਣੇ ਆਪ ਜਿਨ੍ਹਾਂ ਦੀ ਬੁਲਾਹਟ ਜਿਹੜੇ ਜਿਨ੍ਹਾਂ ਦੇ ਵਿੱਚ ਗੁਣ ਹੁੰਦੇ ਆ ਸ਼ੁਰੂ ਤੋਂ ਹੀ ਤੇ ਅੱਜ ਆਪਾਂ ਗੱਲ ਕਰਾਂਗੇ ਨਾਨ ਕਲਾਸਿਕ ਬਾਰੇ ਕਿ ਜਿਹੜੇ ਆਪਣੇ ਸਿੱਖਿਆ ਦੇ ਦੁਆਰਾ ਬਣਾਏ ਜਾਂਦੇ ਹੈ So a non-classic pastor is somebody who doesn't really have the gift of a pastor. ਜੋ ਨਾਨ ਕਲਾਸਿਕ ਵਾਲੇ ਹੈਗੇ ਆ ਕਹਿ ਲੋ ਕਿ ਜੋ ਟ੍ਰੈਡੀਸ਼ਨਲ ਨਹੀਂ ਗਏ ਉਹ ਇਸ ਤਰ੍ਹਾਂ ਦੇ ਪਾਸਟਰਸ ਉਹਨਾਂ ਦੇ ਵਿੱਚ ਆਉਂਦੇ ਆ ਜਿਹੜੇ ਕਿ ਮੀਨਸ ਉਹਨਾਂ ਦੇ ਵਿੱਚ ਗੁਣ ਤੇ ਨਹੀਂ ਹੈ ਸ਼ੁਰੂ ਤੋਂ ਪਰ ਉਹ ਸਿੱਖਿਆ ਦੇ ਦੁਆਰਾ ਬਣੇ Just translate what I say. You already said what I was going to say. But the Lord sees them fit to be called to this ministry. ਪਰ ਪਰਮੇਸ਼ਰ ਨੇ ਉਹਨਾਂ ਨੂੰ ਦੇਖਿਆ ਮਨੁੱਖਾਂ ਨੇ ਨਹੀਂ ਪਰ ਪਰਮੇਸ਼ਰ ਨੇ ਉਹਨਾਂ ਨੂੰ ਦੇਖਿਆ ਕਿ ਉਹਨਾਂ ਦੇ ਵਿੱਚ ਉਹ ਗੁਣ ਹੈਗੇ ਆ ਤੇ ਉਹ ਮਿਨਿਸਟਰੀ ਦੇ ਲਈ ਸੇਵਕਾਈ ਦੇ ਲਈ ਚੰਗੇ ਨੇ And so they are called and they are trained and they are equipped by the Lord and anointed for this task. ਤੇ ਤਾਂ ਕਰਕੇ ਪਰਮੇਸ਼ਰ ਦੇ ਦੁਆਰਾ ਬੁਲਾਏ ਗਏ ਉਹਨਾਂ ਨੂੰ ਮਸਾ ਕੀਤਾ ਗਿਆ ਤੇ ਸੇਵਕਾਈ ਦੇ ਵਿੱਚ ਰੱਖਿਆ ਗਿਆ And I'm going to give you an example of Pastor Vicky, and he will not mind me saying this. He's a very good example. ਕਿ ਮੈਂ ਪਾਸਟਰ ਵਿੱਕੀ ਦਾ ਇੱਥੇ ਐਗਜ਼ਾਮਪਲ ਦੇਣਾ ਚਾਹੂੰਗਾ ਤੇ ਕਿ ਉਹ ਇਸ ਦੇ ਵਿੱਚ ਹੈਗਾ ਇਸ ਉਦਾਹਰਣ ਦੇ ਵਿੱਚ Pastor Vicky was very different from me and Pastor Mike. ਤੇ ਜੋ ਪਾਸਟਰ ਵਿੱਕੀ ਸੀਗੇ ਉਹ ਪਾਸਟਰ ਜੋਨੀ ਤੋਂ ਤੇ ਜੋ ਪਾਸਟਰ ਮਾਈਕ ਉਹਨਾਂ ਤੋਂ ਬਿਲਕੁਲ ਵੱਖਰੇ ਹੈਗੇ ਉਹਨਾਂ ਦਾ ਸੁਭਾਅ Me and Pastor Mike are classical pastors by God's grace. ਪਾਸਟਰ ਜੀ ਹੈਗੇ ਤੇ ਜੋ ਪਾਸਟਰ ਮਾਈਕ ਹੈਗੇ ਉਹਨਾਂ ਦਾ ਕਿਵੇਂ ਕਿ ਕਹਿ ਲਓ ਕਿ ਇੱਕ ਕਲਾਸਿਕਲ ਪਾਸਟਰ ਜਿਹੜੇ ਕਿ ਉਹਨਾਂ ਦੇ ਵਿੱਚ ਕੁਝ ਐਸਾ ਸੀਗਾ ਜੋ ਉਹਨਾਂ ਨੂੰ ਉਹ ਬਣੇ इसलिए सबको मैं ज्यादा तंग करता हूँ हर टाइम. And Pastor Vicky did not know or did not have a desire to be a pastor. ਪਾਸਟਰ ਵਿੱਕੀ ਉਹਨਾਂ ਦਾ ਉਦਾਹਰਣ ਤਾਂ ਹੈ ਕਿਉਂਕਿ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਤੇ ਕਦੇ ਉਹਨਾਂ ਨੇ ਡਿਜ਼ਾਇਰ ਵੀ ਨਹੀਂ ਕੀਤਾ ਕਿ ਮੈਂ ਇੱਕ ਪਾਸਟਰ ਬਣਾ But prophecies started coming for him from different people, but good people. ਪਰ ਕੁਝ ਭਲੇ ਲੋਕਾਂ ਤੋਂ ਤੇ ਕੁਝ ਚੰਗੇ ਆਡਰ ਲੋਕਾਂ ਤੋਂ ਉਹਨਾਂ ਦੇ ਲਈ ਕੀ ਹੋਇਆ ਭਵਿੱਖਬਾਣੀਆਂ ਆਣੀਆਂ ਸ਼ੁਰੂ ਹੋ ਗਈਆਂ And he was shocked and surprised and started thinking, wow, my goodness, what is all this? What's happening? ਤੇ ਉਹ ਬੜੇ ਅਚੰਭਿਤ ਹੋ ਗਏ ਕਿ ਇਸ ਤਰ੍ਹਾਂ ਮੇਰੇ ਨਾਲ ਕੀ ਹੋ ਰਿਹਾ ਤੇ ਮੇਰੇ ਬਾਰੇ ਕੀ ਕਿਹਾ ਜਾ ਰਿਹਾ But as he started thinking and praying over it, the Lord started working in his life and started confirming and started giving him an assurance that that was the call of God upon his life. ਪਰ ਜਿਵੇਂ ਉਸ ਭਵਿੱਖਬਾਣੀਆਂ ਨੂੰ ਲੈ ਕੇ ਉਹਨਾਂ ਗੱਲਾਂ ਨੂੰ ਲੈ ਕੇ ਪਾਸਟਰ ਵਿੱਕੀ ਨੇ ਉਹਨੂੰ ਪ੍ਰਾਰਥਨਾ 'ਚ ਰੱਖਿਆ ਤੇ ਉਹਦੇ ਉੱਪਰ ਪ੍ਰਾਰਥਨਾ ਕਰਨ ਲੱਗੇ ਤੇ ਪਰਮੇਸ਼ਰ ਤੋਂ ਉਹਦੇ ਬਾਰੇ ਪੁੱਛਿਆ ਤੇ ਫਿਰ ਉਹਨਾਂ ਦੀ ਜ਼ਿੰਦਗੀ 'ਚ ਕੰਮ ਸ਼ੁਰੂ ਹੋ ਗਿਆ Just like we have got now male milap meetings, I used to be having a male milap many years ago, 15 years ago, and Pastor Vicky was one of the members in my group. ਜਿਵੇਂ ਆਪਾਂ ਅੱਜ ਇੱਥੇ ਜੋ ਆਪਣੇ ਚਰਚ ਦੇ ਵਿੱਚ ਕਲੀਸਿਆ ਦੇ ਵਿੱਚ ਮੇਲ ਮਿਲਾਪ ਵਾਲੀ ਜੋ ਇੱਕ ਗਰੁੱਪ ਉਸ ਕਦਾ 15 ਸਾਲ ਅੱਜ ਤੋਂ 15 ਸਾਲ ਪਹਿਲਾਂ ਪਾਸਟਰ ਚਲਾਉਂਦੇ ਸੀ ਤੇ ਉਹਦਾ ਇੱਕ ਹਿੱਸਾ ਸੀਗੇ ਉਹਦਾ ਇੱਕ ਮੈਂਬਰ ਸੀਗੇ ਉਸ ਸਮੇਂ And so he was with that time the prophecies didn't come, but he was learning things from me because I was leading the group and he was picking up things from me. ਤੇ ਉਸ ਸਮੇਂ 'ਚ ਕੀ ਸੀ ਮੈਂ ਉਸ ਗਰੁੱਪ ਨੂੰ ਸਿਖਾ ਰਿਹਾ ਸੀ ਲੀਡ ਕਰ ਰਿਹਾ ਸੀ ਉਸ ਸਮੇਂ ਐਸੀ ਕੁਝ ਪ੍ਰੋਫੈਸਿਸ ਤਾਂ ਉਸ ਸਮੇਂ ਨਹੀਂ ਆਈਆਂ ਸੀਗੀਆਂ 15 ਸਾਲ ਪਹਿਲਾਂ ਪਰ ਉਸ ਤੋਂ ਬਾਅਦ ਜਦੋਂ ਉਹ ਰਿਸੀਵ ਕਰਨ ਲੱਗੇ ਤੇ ਉਹਨੇ ਮੇਰੇ ਤੋਂ ਸਿੱਖਿਆ And also he learned from Pastor Mike and Pastor Jackie as well. ਤੇ ਨਾਲ ਉਹਨਾਂ ਨੇ ਪਾਸਟਰ ਮਾਈਕ ਤੋਂ ਤੇ ਜੋ ਸੌਰੀ ਉਹਨਾਂ ਦੀ ਵਾਈਫ ਹੈ ਉਹਨਾਂ ਤੋਂ ਵੀ ਸਿੱਖਣਾ ਸ਼ੁਰੂ ਕੀਤਾ And so he sort of got trained by us. ਤੇ ਇੱਕ ਤਰ੍ਹਾਂ ਦੇ ਕੀ ਹੋਇਆ ਕਿ ਇੱਕ ਪ੍ਰਕਾਰ ਉਹਨਾਂ ਨੇ ਟ੍ਰੇਨਿੰਗ ਮਿਲਣੀ ਸ਼ੁਰੂ ਹੋ ਗਈ ਸਾਡੇ ਦੁਆਰਾ ਉਹਨਾਂ ਨੂੰ And this started the pastoral desire started growing in him after he really prayed and sought the Lord, and the Lord confirmed to him, yes, but I'm going to train you as well and I'm going to put you in position, and it started happening little by little.
ਤੇ ਫਿਰ ਕੀ ਹੋਇਆ, ਹੌਲੀ ਹੌਲੀ ਉਹ ਸਭ ਚੀਜ਼ਾਂ ਇੱਕ ਸੱਚ ਹੋਣਾ ਸ਼ੁਰੂ ਹੋ ਗਈ ਕਿ ਜਦੋਂ ਉਹਨਾਂ ਨੇ ਉਸ ਪ੍ਰੋਫੈਸਿਸ ਨੂੰ, ਉਹਨਾਂ ਟ੍ਰੇਨਿੰਗ ਨੂੰ ਉਹਦੇ ਉੱਪਰ ਮਨਨ ਕਰਨਾ ਸ਼ੁਰੂ ਕੀਤਾ ਤੇ ਪਰਮੇਸ਼ਰ ਤੋਂ ਲੱਭਿਆ, ਉਹਦੀ ਖੋਜ ਕੀਤੀ ਉਸ ਚੀਜ਼ ਨੂੰ ਲੈ ਕੇ, ਤੇ ਹੌਲੀ ਹੌਲੀ ਉਹਨਾਂ ਦਾ ਇੰਟਰਸਟ ਬਣਨਾ ਸ਼ੁਰੂ ਹੋ ਗਿਆ ਕਿ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਹਾਂ ਇਹ ਮੇਰੇ ਲਈ ਹੋ ਸਕਦਾ ਹੈ। And so then at the right time he was ordained as a pastor. ਇੱਕ ਸਹੀ ਸਮਾਂ ਆਇਆ ਕਿ ਜਦੋਂ ਉਹਨਾਂ ਨੂੰ ਇੱਕ ਪਾਸਟਰ ਨਿਯੁਕਤ ਕੀਤਾ ਗਿਆ। Now I do not want to say that classical pastors are better than the non-classical. I don't want to say that. That would be wrong of me. ਤੇ ਮੈਂ ਇਹ ਨਹੀਂ ਕਹਿਣਾ ਚਾਹੂੰਗਾ ਕਿ ਜੋ ਕਲਾਸੀਕਲ ਪਾਸਟਰ ਹੈ, ਜੋ ਆਪਾਂ ਦੇਖਿਆ ਕਿ ਜੋ ਬਚਪਨ ਤੋਂ ਐਵੇਂ ਹੁੰਦੇ ਆ ਤੇ ਉਹ ਜ਼ਿਆਦਾ ਚੰਗੇ ਹੁੰਦੇ ਆ ਨਾਨ ਕਲਾਸੀਕਲ ਕਿ ਜਿਹੜੇ ਟ੍ਰੇਨਿੰਗ ਲੈ ਕੇ ਬਣਾਏ ਜਾਂਦੇ, ਮੈਂ ਐਵੇਂ ਨਹੀਂ ਕਹੂੰਗਾ। Both are anointed in the same way by God to do the job. ਤੇ ਕਿਉਂਕਿ ਦੋਨਾਂ ਦੇ ਉੱਪਰ ਪਰਮੇਸ਼ਰ ਨੇ ਮਸਾ ਕੀਤਾ ਹੈ ਤੇ ਇੱਕ ਹੀ ਮਸਾ ਦੇ ਅਧੀਨ ਹੈਗੇ। And the Lord when he calls a non-classical pastor, he would not force himself on that person. He would give them the freedom to respond to the prophetic word or to the promptings of the Holy Spirit. ਨਾਨ ਕਲਾਸੀਕਲ ਪਾਸਟਰ ਹੈ, ਉਹਨਾਂ ਦੇ ਉੱਪਰ ਕੀ ਹੈ ਕਿ ਬੇਸ਼ੱਕ ਉਹਨਾਂ ਨੂੰ ਟ੍ਰੇਨਿੰਗ ਮਿਲਦੀ ਹੈ ਤੇ ਉਹ ਉਹਨਾਂ ਨੂੰ ਲੱਗਦਾ ਵੀ, ਪਰ ਫਿਰ ਵੀ ਇੱਕ ਪਰਮੇਸ਼ਰ ਦੇ ਵੱਲੋਂ ਕੋਈ ਜ਼ਬਰਦਸਤੀ ਨਹੀਂ ਕੀਤਾ ਜਾਂਦਾ ਕਿ ਪਰਮੇਸ਼ਰ ਨੇ ਕਿ ਉਹਦੇ ਤੋਂ ਉਹਦੀ ਬਿਨਾਂ ਮਰਜ਼ੀ ਤੋਂ ਉਹ ਕਰਵਾਇਆ ਨਹੀਂ ਜਾਂਦਾ, ਕਿ ਉਹਦੀ ਆਪਦੀ ਇੱਛਾ ਪਰਮੇਸ਼ਰ ਰੱਖਦੇ। And as the person will respond, then the Lord will start doing his work in them to establish and to put them in position. ਤੇ ਜਿਵੇਂ ਜਿਵੇਂ ਉਸ ਪਰਸਨ ਦਾ ਇੰਟਰਸਟ ਬਣਦਾ ਹੈ, ਉਹ ਆਪਣਾ ਪਰਮੇਸ਼ਰ ਦੇ ਸਾਹਮਣੇ ਰੱਖਦਾ ਆਪਣਾ ਮਨ, ਤੇ ਉਹ ਹੌਲੀ ਹੌਲੀ ਬਣਨਾ ਸ਼ੁਰੂ ਹੋ ਜਾਂਦਾ ਹੈ। Now in this group, ਤੇ ਹੁਣ ਇਸ ਗਰੁੱਪ ਦੇ ਵਿੱਚ there are some I believe classical, but there are many I believe who have been who are not classical, but the Lord has trained you guys. ਇਸ ਗਰੁੱਪ ਦੇ ਵਿੱਚ ਮੈਂ ਭਰੋਸਾ ਕਰਦਾ ਕਿ ਕੁਝ ਸਾਰੇ ਤੇ ਕਲਾਸੀਕਲ ਨਹੀਂ ਹੈ, ਪਰ ਕੁਝ ਇੱਕ ਐਸੇ ਵੀ ਹੈਗੇ ਆ ਜਿਨ੍ਹਾਂ ਨੂੰ ਟ੍ਰੇਨ ਕੀਤਾ ਗਿਆ, ਜਿਹਨੂੰ ਪਰਮੇਸ਼ਰ ਪ੍ਰਭੂ ਨੇ ਟ੍ਰੇਨ ਕੀਤਾ ਹੈ। And you know how many hours and hours and hours I have spent with you to train you. ਤੁਸੀਂ ਜਾਣਦੇ ਹੋ ਕਿ ਮੈਂ ਕਿੰਨੇ ਹੀ ਘੰਟੇ ਦਰ ਘੰਟੇ ਤੁਹਾਨੂੰ ਟ੍ਰੇਨ ਕਰਨ ਦੇ ਵਿੱਚ ਗੁਜ਼ਾਰੇ ਹੈ। It's been a pleasure to train you and to work with you, by the way. ਬਹੁਤ ਵਧੀਆ ਗੱਲ ਰਹੀ ਮੇਰੇ ਲਈ ਤੇ ਮਜ਼ੇਦਾਰ ਰਹੀ ਕਿ ਤੁਹਾਨੂੰ ਟ੍ਰੇਨ ਕਰਨਾ ਤੇ ਸਿਖਾਉਣਾ। Not just in the role of Dekbal and for pastoral care, but I'm seeing you guys are preaching, you guys are praying, you guys are casting out demons, you are managing lots of other things. I mean, this is amazing. ਬਹੁਤ ਅਦਭੁਤ ਹੈ ਇਸ ਚੀਜ਼ ਨੂੰ ਦੇਖਣਾ ਕਿ ਕਿੰਨੇ ਹੀ ਤੁਹਾਡੇ ਵਿੱਚੋਂ ਕੁਝ ਪ੍ਰਚਾਰ ਕਰ ਰਹੇ ਹੈ, ਕੁਝ ਸਿਖਾ ਰਹੇ ਹੈ, ਟੀਚਿੰਗ ਕਰ ਰਹੇ ਹੈ, ਕੁਝ ਦੁਸ਼ਟ ਆਤਮਾਵਾਂ ਨੂੰ ਕੱਢ ਰਹੇ ਹੈ, ਤੇ ਕਿੰਨਾ ਹੀ ਕੁਝ ਹੋ ਰਿਹਾ, ਤੇ ਸਭ ਦੇਖ ਕੇ ਬਹੁਤ ਖੁਸ਼ੀ ਮਿਲਦੀ। Amen. So I will not talk more on the role of a pastor or Dekbal because you have been taught a lot. So I'm going to move on. ਤਾਂ ਕਰਕੇ ਫਿਰ ਮੈਂ ਹੁਣ ਅੱਗੇ ਵਧੂੰਗਾ ਕਿਉਂਕਿ ਮੈਂ ਜ਼ਿਆਦਾ ਇਸ ਤੇ ਗੱਲ ਕਰਨਾ ਨਹੀਂ ਚਾਹੁੰਦਾ ਕਿ ਦੇਖਭਾਲ ਗਰੁੱਪ ਦੇ ਵਿੱਚ ਕੀ ਹੁੰਦਾ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਇਸ ਬਾਰੇ। But just one man I would mention is from the Bible, King David. ਪਰ ਇੱਕ ਇਨਸਾਨ ਜੋ ਮੈਂ ਬਾਈਬਲ ਦੇ ਵਿੱਚੋਂ ਮੈਂਸ਼ਨ ਜਿਹਦਾ ਜ਼ਿਕਰ ਕਰਨਾ ਚਾਹੂੰਗਾ ਉਹ ਹੈ ਰਾਜਾ ਦਾਊਦ। He was a classical pastor. He was trained right from the small age when he was looking after his sheep in the fields. ਜੋ ਰਾਜਾ ਦਾਊਦ ਸੀਗਾ ਉਹਨੂੰ ਆਪਾਂ ਕਹਿ ਸਕਦੇ ਕਿ ਕਲਾਸੀਕਲ ਪਾਸਟਰ ਦੇ ਵਿੱਚ ਆਉਂਦਾ ਸੀਗਾ, ਕਿਉਂਕਿ ਪਰਮੇਸ਼ਰ ਨੇ ਉਹਨੂੰ ਕਿਸੇ ਜਦੋਂ ਜਵਾਨ ਸੀ, ਜਦੋਂ ਬੱਚਾ ਹੀ ਸੀ, ਤੇ ਉਦੋਂ ਹੀ ਉਹਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ। And sometimes, as I have said already, that when God puts us in certain situations, that could be part of our training ground for us. Hallelujah. ਤੇ ਤਾਂ ਕਰਕੇ ਮੈਂ ਕਹਿੰਦਾ ਕਿ ਕਈ ਵਾਰੀ ਪਰਮੇਸ਼ਰ ਆਪਾਂ ਨੂੰ ਐਸੀ ਸਿਚੁਏਸ਼ਨਸ ਦੇ ਵਿੱਚ ਪਾ ਦਿੰਦਾ ਹੈ ਜਾਂ ਫਿਰ ਆਪਾਂ ਨੂੰ ਗੁਜ਼ਾਰਦਾ ਹੈ ਕਿ ਉਹ ਆਪਣੀ ਟ੍ਰੇਨਿੰਗ ਦੇ ਲਈ ਹੁੰਦੇ ਆ। I have confidence in all these people who are in the Dekbal that you are doing a good job, but I also believe you can do even better than what you're doing in this area of pastoral care. ਤੇ ਮੈਂ ਵਿਸ਼ਵਾਸ ਕਰਦਾ ਕਿ ਜੋ ਦੇਖਭਾਲ ਗਰੁੱਪ ਦੇ ਵਿੱਚ ਜੋ ਤੁਸੀਂ ਕਰ ਰਹੇ ਹੋ ਆਲਰੇਡੀ ਬਹੁਤ ਹੀ ਵਧੀਆ, ਬਹੁਤ ਹੀ ਚੰਗਾ ਹੈ, ਪਰ ਮੈਂ ਵਿਸ਼ਵਾਸ ਕਰਦਾ ਕਿ ਇਸ ਤੋਂ ਵੀ ਜ਼ਿਆਦਾ ਕਰ ਸਕਦੇ ਹੋ। So the last gift that the Lord Jesus gave to the church was the gift of the teacher to the church. ਜੋ ਲਾਸਟ ਜੋ ਕਹਿ ਸਕਦੇ ਆ ਕਿ ਜਿਹਦੇ ਗਿਫਟ ਬਾਰੇ ਆਪਾਂ ਜੋ ਪਰਮੇਸ਼ਰ ਨੇ ਦਿੱਤਾ ਜੋ ਵਰਦਾਨ, ਉਹਦੇ ਬਾਰੇ ਹੈ ਕਿ ਟੀਚਰ ਪਰਮੇਸ਼ਰ ਨੇ ਸਿਖਾਉਣ ਵਾਲਾ। Yeah, I'm going to ask my sister Amandeep to read Acts chapter 13 verse 1. ਸਿਸਟਰ ਅਮਨਦੀਪ ਪੜ੍ਹਨਗੇ ਐਕਟਸ 13 ਦਾ 1 ਰਸੂਲਾਂ ਦੀ ਕਿਤਾਬ।
ਜੀ ਅੰਤਾਕਿਸਿਆ ਦੀ ਕਲੀਸਿਆ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ, ਅਰਥਾਤ ਬਰਨਬਾਸ ਔਰ ਸ਼ਮੌਨ ਜੋ ਨੀਗਰ ਕਹਾਉਂਦਾ ਸੀ, ਔਰ ਲੂਕਯੁਸ ਕੁਰੇਨੀਆ ਦਾ ਇੱਕ ਮਨੁੱਖ, ਅਤੇ ਮਨਏਨ ਜਿਹੜਾ ਰਾਜਾ ਹੈਰੋਦੇਸ਼ ਨਾਲ ਪਲਿਆ ਸੀ, ਅਤੇ ਸ਼ੌਲਸ। Thank you. So we see here in the early church there were teachers. ਆਪੇ ਇਸ ਵਚਨ ਦੇ ਵਿੱਚ ਦੇਖਿਆ ਕਿ ਉਹ ਕਲੀਸਿਆ ਦੇ ਵਿੱਚ ਕੀ ਸੀ, ਸਿਖਾਉਣ ਵਾਲੇ ਸੀਗੇ। Teachers. The teachers opens up and explains the scriptures and brings us fresh revelations from God, from the word. ਹੁੰਦਾ ਉਹ ਕੀ ਕਰਦਾ ਕਿ ਜੋ ਵਚਨ ਲੈਂਦਾ ਹੈ ਤੇ ਉਹਦੇ ਵਿੱਚੋਂ ਜੋ ਉਹਦੇ ਭੇਦ ਹੁੰਦੇ ਆ ਉਹਨਾਂ ਦੇ ਬਾਰੇ ਉਹ ਜ਼ਾਹਿਰ ਕਰਦਾ, ਉਹਨਾਂ ਨੂੰ ਉਹ ਸਿਖਾਉਂਦਾ ਉਸ ਦੇ ਬਾਰੇ। They open the eyes and the hearts of the people to understand the deep things of the scriptures. ਇਹ ਜੋ ਵਚਨ ਦੀ ਗਹਿਰੀਆਂ ਤੇ ਗੂੜੀਆਂ ਗੱਲਾਂ ਹੁੰਦੀਆਂ ਉਹਦੇ ਲਈ ਉਹ ਅੱਖਾਂ ਖੋਲਦਾ ਹੈ ਸੁਣਨ ਵਾਲਿਆਂ ਦੀ, ਉਹਨਾਂ ਨੂੰ ਉਹ ਸਮਝ ਤੱਕ ਲੈ ਕੇ ਜਾਂਦਾ ਹੈ। And a true teacher will not compromise the word of God, but will preach the truth or teach the truth. ਸਿਖਾਉਣ ਵਾਲਾ ਜਿਹੜਾ ਸੱਚਾ ਸਿਖਾਉਣ ਵਾਲਾ ਉਹ ਕਦੇ ਵੀ ਵਚਨ ਦੇ ਨਾਲ ਕਹਿ ਲੋ ਕੰਪਰੋਮਾਈਜ਼ ਨਹੀਂ ਕਰੇਗਾ, ਉਹਦੇ ਨਾਲ ਕੋਈ ਵੱਧ ਘੱਟ ਨਹੀਂ ਕਰੇਗਾ, ਉਹਨੂੰ ਪੂਰਾ ਹੀ ਸਿਖਾਏਗਾ। Davinder, Acts chapter 18 verses 24 to 26. ਦਵਿੰਦਰ ਰਸੂਲਾਂ ਦੇ ਕਰਤੱਵ 18 ਦਾ 24 ਤੋਂ 26। ਰਸੂਲਾਂ ਦਾ ਕਰਤੱਵ ਉਹਦਾ 18ਵਾਂ ਚੈਪਟਰ ਉਹਦੀ 24 ਤੋਂ 26 ਆਇਤ ਮੈਂ ਪੜਾਂਗਾ। ਅਪੋਲੋਸ ਨਾਮੇ ਇੱਕ ਯਹੂਦੀ ਜਿਹਦੀ ਜੰਮਣ ਭੂਮੀ ਸਿਕੰਦਰੀਆ ਸੀ ਅਤੇ ਜੋ ਸਵਾਰਾ ਬੋਲਣ ਵਾਲਾ ਅਤੇ ਲਿਖਤਾਂ ਵਿੱਚ ਵੱਡਾ ਸੁਚੇਤ ਸੀ, ਅਫਸੂਸ ਵਿੱਚ ਆਇਆ। ਇਹਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਮਨ ਵਿੱਚ ਸਰਗਰਮ ਹੋ ਕੇ ਯਿਸੂ ਦੀਆਂ ਗੱਲਾਂ ਯਤਨ ਨਾਲ ਸੁਣਾਉਂਦਾ ਅਤੇ ਸਿਖਲਾਉਂਦਾ ਸੀ, ਪਰ ਨਿਰਾ ਯਹੋਨਾ ਦਾ ਬਪਤਿਸਮਾ ਜਾਣਦਾ ਸੀ। ਉਹ ਸਮਾਜ ਵਿੱਚ ਬੇਧੜਕ ਬੋਲਣ ਲੱਗਾ, ਪਰ ਜਾਂ ਪ੍ਰਿਸਕਿਲਾ ਅਤੇ ਅਕੂਲਾ ਨੇ ਉਹਦੀ ਸੁਣੀ ਤਾਂ ਉਸਨੂੰ ਆਪਣੇ ਨਾਲ ਰਲਾ ਕੇ ਉਸਨੂੰ ਪਰਮੇਸ਼ਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ। ਆਮੀਨ। Amen. आपने नाल ला के उसको खुदा का कलम वचन opened up and explained. Hallelujah. This is a gift of a teacher. ਆਮੀਨ। ਤੇ ਜੇ ਇੱਥੇ ਆਪਾਂ ਦੇਖਿਆ ਕਿ ਅੰਤ ਦੇ ਵਿੱਚ ਲਿਖਿਆ ਕਿ ਉਹਨੂੰ ਨਾਲ ਲੈ ਕੇ ਗਏ ਤੇ ਉਹਨੂੰ ਠੀਕ ਮੀਨਸ ਹੋਰ ਵੀ ਖੋਲ ਕੇ ਭੇਦਾਂ ਦੀ ਗੱਲ ਖੋਲ ਕੇ ਵਚਨ ਦੇ ਵਿੱਚ ਉਹਨੂੰ ਸਮਝਾਈ। ਤੇ ਇਹ ਕੀ ਹੈ, ਇਹ ਕੰਮ ਹੈਗਾ ਜੋ ਇੱਕ ਸਮਝਾਉਣ ਵਾਲਾ ਸਿਖਾਉਣ ਵਾਲਾ ਹੁੰਦਾ ਹੈ। I am not a gifted teacher, I must confess. ਤੇ ਮੈਂ ਇਹ ਅੰਗੀਕਾਰ ਕਰਦਾ ਸੱਚਾਈ ਦੇ ਨਾਲ ਕਿ ਮੈਂ ਇੱਕ ਚੰਗਾ ਸਿਖਾਉਣ ਵਾਲਾ ਤੇ ਨਹੀਂ ਹਾਂ। My gift is not revelatory teaching. ਤੇ ਮੇਰਾ ਜੋ ਕਹਿ ਲੋ ਕਿ ਜੋ ਮੇਰੇ ਕੋਲ ਵਰਦਾਨ ਹੈ ਉਹ ਉਸ ਤਰ੍ਹਾਂ ਦਾ ਨਹੀਂ ਹੈ ਵੀ ਮੈਂ ਇੱਕ ਵਚਨ ਦੇ ਵਿੱਚੋਂ ਮੈਂ ਭੇਦਾਂ ਨੂੰ ਜ਼ਾਹਿਰ ਕਰ ਸਕਾਂ ਤੇ ਸਮਝਾ ਸਕਾਂ। If you give me material, I can teach, and lot of what I teach you now is from Pastor Mike. ਤੇ ਜੇ ਪਰ ਤੁਸੀਂ ਮੈਨੂੰ ਜੇ ਕੁਝ ਦੋਗੇ ਤੇ ਉਹਨੂੰ ਮੈਂ ਦੇਖ ਕੇ ਸਮਝ ਕੇ ਸਮਝਾ ਜ਼ਰੂਰ ਸਕਦਾ, ਕਿਉਂਕਿ ਜੋ ਵੀ ਆਪਾਂ ਅੱਜ ਕੱਲ ਜਿੰਨੇ ਵੀ ਆਪਾਂ ਕਰ ਰਹੇ ਆ ਉਹ ਜ਼ਿਆਦਾਤਰ ਜੋ ਟੀਚਿੰਗ ਹੈਗੀ ਉਹ ਪਾਸਟਰ ਮਾਈਕ ਦੇ ਵੱਲੋਂ ਹੈ। And I add my testimonies, my experience into it, and I make it more swad wala, tasty and flavored. ਕੀ ਹੈ ਮੈਂ ਆਪਣੀ ਵੀ ਕੁਝ ਗਵਾਹੀਆਂ ਆਪਣੀਆਂ ਕੁਝ ਗੱਲਾਂ ਉਹ ਇਹਦੇ ਚ ਪਾਈਆਂ ਤਾਂ ਕਿ ਇਹ ਹੋਰ ਵੀ ਟੇਸਟੀ ਬਣ ਜਾਣ। I am not very good in teaching by making my own studies. I do not have a very strong gift in that. ਕੋਈ ਜੋ ਵਰਦਾਨ ਹੈ ਉਹ ਉਸ ਚ ਕੋਈ ਜ਼ਿਆਦਾ ਸਟਰੋਂਗ ਨਹੀਂ ਹੈ ਕਿ ਮੈਂ ਕੁਝ ਆਪ ਲੈ ਕੇ ਤੇ ਉਹਦੇ ਵਿੱਚੋਂ ਮੈਂ ਭੇਦਾਂ ਨੂੰ ਰਿਸੀਵ ਕਰਕੇ ਤੇ ਸਮਝਾ ਸਕਾਂ, ਐਸਾ ਨਹੀਂ ਹੈ। I'm more of a preacher than a teacher. ਤੇ ਮੈਂ ਇੱਕ ਸਿਖਾਉਣ ਵਾਲੇ ਤੋਂ ਇੱਕ ਟੀਚਰ ਤੋਂ ਜ਼ਿਆਦਾ ਮੈਂ ਇੱਕ ਪ੍ਰਚਾਰਕ ਹਾਂ। But you will notice when Pastor Daigo, Pastor Vicky, Pastor Mike, when they teach, they have the gift of teaching, and my wife as well. ਤੇ ਤੁਸੀਂ ਦੇਖੋਗੇ ਕਿ ਜੋ ਪਾਸਟਰ ਮਾਈਕ ਹੈਗੇ, ਪਾਸਟਰ ਡਿਆਗੋ, ਪਾਸਟਰ ਲਿੰਡਾ ਜੋ ਹੈਗੇ, ਜਦੋਂ ਉਹਨਾਂ ਨੂੰ ਤੁਸੀਂ ਦੇਖੋਗੇ ਤੇ ਉਹਨਾਂ ਦੇ ਕੋਲ ਕੀ ਹੈ, ਉਹਨਾਂ ਦੀ ਇੱਕ ਐਸੀ ਟੀਚਿੰਗਸ ਹੈ ਜਿਹਦੇ ਵਿੱਚ ਭੇਦ ਜ਼ਾਹਿਰ ਹੁੰਦੇ ਆ। ਉਹਨਾਂ ਦੇ ਕੋਲ ਇਹ ਵਾਲਾ ਵਰਦਾਨ ਹੈ ਸਿਖਾਉਣ ਵਾਲਾ। Pastor Jackie is like me. She is not a teacher. She is a preacher. ਤੇ ਜੋ ਪਾਸਟਰ ਜੈਕੀ ਹੈਗੇ in my opinion, ਕਿ ਉਹ ਪਾਸਟਰ ਜੀ ਤਰ੍ਹਾਂ ਕਿ ਉਹ ਇੱਕ ਪ੍ਰਚਾਰਕ ਜ਼ਿਆਦਾ ਨੇ ਤੇ ਸਿਖਾਉਣ ਵਾਲੇ। I have not yet seen a very strong teaching gift in any of you, but I think it will develop and it will surface up, I think, as we carry on. Hallelujah. ਹੁਣੇ ਤੱਕ ਮੈਂ ਤੁਹਾਡੇ ਕਿਸੇ ਦੇ ਵਿੱਚੋਂ ਆ ਵਾਲਾ ਗਿਫਟ ਹਾਲੇ ਨਹੀਂ ਦੇਖਿਆ ਕਿ ਟੀਚਿੰਗ ਵਾਲਾ ਇੱਕ ਬਹੁਤ ਸਟਰੋਂਗਲੀ ਇਹ ਵਰਦਾਨ ਹੋਏ, ਪਰ ਮੈਂ ਵਿਸ਼ਵਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਡਿਵੈਲਪ ਹੋਏਗਾ, ਇਹ ਗਰੋ ਕਰੇਗਾ।
but I know everybody can preach. Hallelujah. That's ਪਰ important. ਮੈਂ ਇੰਨਾ ਵਿਸ਼ਵਾਸ ਰੱਖਦਾ ਕਿ ਹਰ ਕੋਈ ਪ੍ਰਚਾਰ ਤੇ ਕਰ ਸਕਦਾ ਹੈ। So teaching, we can teach on a Sunday, we can teach the Sunday school, we can teach on main milab, we can teach on Facebook, we can teach in different settings of our church, and maybe in the future, we will have our own House of Glory Punjabi Church Bible College. Who knows? ਤੇ ਜੋ ਇੱਕ ਟੀਚਿੰਗ ਹੈ ਇਹ ਕਿਤੇ ਵੀ ਕਿਸੇ ਵੀ ਜ਼ਰੀਏ ਤੋਂ ਹੋ ਸਕਦੀ ਹੈ ਕਿ ਜਿਵੇਂ ਆਪਾਂ ਸਿਖਾਇਆ ਜਾ ਸਕਦਾ ਹੈ ਕਿ ਜਿਵੇਂ ਪਾਸਟਰ ਜੀ ਨੇ ਕਿਹਾ ਕਿ ਕਿਸੇ ਵੀ ਸੈਟਿੰਗ ਦੇ ਵਿੱਚ ਕਿਸੇ ਵੀ ਮਾਹੌਲ ਦੇ ਵਿੱਚ ਕਲੀਸਿਆ ਦੇ ਤੇ ਕਿਸੇ ਵੀ ਤਰ੍ਹਾਂ ਤੋਂ ਸਿਖਾਇਆ ਜਾ ਸਕਦਾ ਹੈ। ਤੇ ਮੈਂ ਵਿਸ਼ਵਾਸ ਕਰਦਾ ਕਿ ਜੋ ਹਾਊਸ ਆਫ ਗਲੋਰੀ ਚਰਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਆਪਾਂ ਇੱਕ ਬਾਈਬਲ ਟੀਚਿੰਗ ਦੇ ਲਈ ਇੱਕ ਬਾਈਬਲ ਸਕੂਲ ਬਾਈਬਲ ਕਾਲਜ ਖੋਲੇ। Amen. And teaching can expand not into only spiritual aspects, but it can be non-spiritual aspect. Teaching music, teaching IT, teaching how to handle the PA system. It could branch out to many other areas. ਤੇ ਜ਼ਰੂਰੀ ਨਹੀਂ ਕਿ ਟੀਚਿੰਗ ਸਿਰਫ ਜੋ ਇੱਕ ਬਾਈਬਲ ਤੇ ਉਹਦੇ ਵਚਨਾਂ ਨੂੰ ਲੈ ਕੇ, ਪਰ ਜਿਹੜੀ ਕਿ ਜਿਵੇਂ ਮੰਨ ਲਓ ਕਿ 뮤직 ਹੈ ਉਹਦੇ ਬਾਰੇ ਟ੍ਰੇਨਿੰਗ, ਉਹਦੇ ਬਾਰੇ ਟੀਚਿੰਗ, ਤੇ ਹੋਰ ਵੀ ਕਿੰਨੇ ਐਸਪੈਕਟਸ ਜੋ ਵਿਅਕਤੀਗਤ ਤੇ ਉਸ ਤੋਂ ਦੂਜੇ ਹੈਗੇ ਉਹਨਾਂ ਦੇ ਬਾਰੇ ਵੀ ਹੋ ਸਕਦਾ ਟੀਚਿੰਗ ਦਾ ਗਿਫਟ। Amen. We are done with the gifts of the Lord Jesus Christ. Hallelujah. The fivefold ministries. ਤੇ ਆਪਾਂ ਹੁਣ ਕਰ ਚੁੱਕੇ ਆ ਸਾਰੇ ਵਰਦਾਨਾਂ ਬਾਰੇ ਗੱਲ, ਜਿਹਨਾਂ ਕਿ ਜਿਹੜੀ 5 ਸੇਵਕਾਈਆਂ ਜ਼ਿਕਰ ਕਰਦੀ ਹੈ ਜਿਹੜੀ ਬਚਨ। Apostles, teachers, evangelists, pastors, and prophets. We are done with them. We are moving now to the gifts of the Holy Spirit. Get excited. ਤੇ ਆਪਾਂ ਹੁਣ ਜੋ 5 ਵਰਦਾਨ ਹੈਗੇ ਆ ਆਤਮਾ ਦੇ, ਉਹਦੇ ਬਾਰੇ ਆਪਾਂ ਗੱਲ ਕਰ ਲਈ ਕਿ ਜੋ ਸਿਖਾਉਣ ਵਾਲੇ ਪ੍ਰਚਾਰਕ, ਜੋ ਪ੍ਰਚਾਰ ਕਰਨ ਵਾਲੇ ਅਪੋਸਟਲਸ ਜਿਹੜੇ ਆਪਾਂ ਸਭ ਤੋਂ ਪਹਿਲਾਂ ਕੀਤੇ ਸੀ ਕਿ ਕਲੀਸਿਆ ਨੂੰ ਸਥਾਪਨਾ ਕਰਨ ਵਾਲੇ, ਤੇ ਆਪਾਂ ਇਹਨਾਂ ਸਾਰਿਆਂ ਬਾਰੇ ਗੱਲ ਕੀਤੀ। Amen. So I want Aman Mattu to read 1 Corinthians chapter 12, 8 to 12. आपने मुझे पास्टर जी रोमिया का दिया था 8 था 12 रोमिया। हो सकता है मैंने गड़बड़ किया। 1 Corinthians और मेरा लिस्ट अभी दूसरा फोन में है, मतलब अभी मेरा आईफोन यूज हो रहा है इधर, तो मैं देख नहीं सकता हूँ। कोई गल नहीं। 1 Corinthians chapter 12, 8 to 12 पढ़ो। ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ ਅਤੇ ਦੂਏ ਨੂੰ ਉਸੇ ਆਤਮਾ ਦੇ ਅਨੁਸਾਰ ਵਿਦਿਆ ਦੀ ਗੱਲ, ਅਤੇ ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨੇਚਾ, ਅਤੇ ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਨਰੋਇਆ ਕਰਨ ਦੀਆਂ ਦਾਤਾਂ, ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਅਤੇ ਹੋਰ ਕਿਸੇ ਨੂੰ ਅਗਮ ਵਾਕ, ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ, ਅਤੇ ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਅਤੇ ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ, ਪਰ ਉਹ ਇੱਕੋ ਆਤਮਾ ਇਹ ਸਭ ਕੁਝ ਕਰਦਾ ਹੈ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ ਇੱਕ ਕਰਕੇ ਵੰਡ ਦਿੰਦਾ ਹੈ। Amen. We are going to look at each of the gifts of the Holy Spirit, but I want to say, as it says in verse 11, that the Lord distributes to them as he desires, but it doesn't mean that we cannot ask for it. We can ask, and if we have a desire, the Lord will give us those gifts, I believe. ਮੈਂ ਵਿਸ਼ਵਾਸ ਕਰਦਾ ਕਿਉਂਕਿ ਹੁਣ ਆਪਾਂ ਗੱਲ ਕਰਾਂਗੇ ਪਵਿੱਤਰ ਆਤਮਾ ਦੇ ਵਰਦਾਨਾਂ ਦੇ ਬਾਰੇ, ਉਹਨਾਂ 5 ਵਰਦਾਨਾਂ ਤੋਂ ਬਾਅਦ। ਤੇ ਮੈਂ ਵਿਸ਼ਵਾਸ ਕਰਦਾ ਕਿ ਇੱਥੇ ਜੋ ਵਚਨ 'ਚ ਲਿਖਿਆ ਹੋਇਆ ਕਿ ਜਿਵੇਂ ਕਿ ਪਰਮੇਸ਼ਰ ਨੇ ਆਪਣੇ ਇੱਛਾ ਦੇ ਮੁਤਾਬਿਕ, ਆਪਣੀ ਇੱਛਾ ਦੇ ਨਾਲ ਹਰ ਇੱਕ ਨੂੰ ਅੱਡ-ਅੱਡ ਗਿਫਟ ਦੇ ਦਿੱਤੇ, ਬਟ ਇਹਦਾ ਮਤਲਬ ਆ ਨਹੀਂ ਹੈ ਕਿ ਆਪਾਂ ਦੂਸਰੇ ਗਿਫਟਸ ਨੂੰ ਮੰਗ ਨਹੀਂ ਸਕਦੇ, ਆਪਾਂ ਮੰਗ ਸਕਦੇ ਤੇ ਆਪਾਂ ਪਾ ਵੀ ਸਕਦੇ ਹਾਂ। Amen. And these gifts operate not for our for us to become famous, or oh, I have this gift. It is for the glory of God. Hallelujah. That is the purpose, to bless the body of Christ in the kingdom of God. ਆਮੀਨ। ਤੇ ਜੋ ਇਹ ਵਰਦਾਨ ਹੈਗੇ ਇਹ ਕਾਹਦੇ ਲਈ ਹੈ? ਇਹ ਆਪਣੀ ਮਹਿਮਾ ਦੇ ਲਈ ਤੇ ਆਪਣੇ ਲਈ ਨਹੀਂ ਗੇ, ਇਹ ਪਰਮੇਸ਼ਰ ਦੀ ਮਹਿਮਾ ਦੇ ਲਈ, ਉਹਦੇ ਰਾਜ ਨੂੰ ਅੱਗੇ ਲੈ ਕੇ ਜਾਣ ਦੇ ਲਈ, ਕਲੀਸਿਆ ਦੇ ਲਈ, ਤੇ ਉਸ ਚੀਜ਼ ਦੇ ਲਈ ਹੈ, ਨਾ ਕਿ ਆਪਣੀ ਮਹਿਮਾ ਦੇ ਲਈ। Now, as I will share this, maybe you will recognize some of these gifts are in you, and maybe you might need to work on them to develop them with the help of the Holy Spirit. Or maybe as I teach you, you might think or have a desire, Lord, give me this gift. At the end, maybe we will pray for that if we will have time. ਹੋ ਸਕਦਾ ਕਿ ਕੁਝ ਇੱਕ ਐਸੇ ਹੋਣ ਕਿ ਜਿਨ੍ਹਾਂ ਦੇ ਕੋਲ ਆਹ ਵਾਲੇ ਵਰਦਾਨ ਹੋਣ, ਤੇ ਕੁਝ ਇੱਕ ਵਰਦਾਨ ਉਹਨਾਂ ਕੋਲ ਹੋਣ, ਤੇ ਕੁਝ ਐਸੇ ਹੋਣ ਵੀ ਜਿਹੜੇ ਚਾਹੁੰਦੇ ਹੋਣ ਕਿ ਪਰਮੇਸ਼ਰ ਮੈਨੂੰ ਵੀ ਮਿਲੇ, ਤੇ ਆਪਾਂ ਉਹਦੇ ਲਈ ਪ੍ਰਾਰਥਨਾ ਵੀ ਕਰਾਂਗੇ ਇਹਦੇ ਐਂਡ ਦੇ ਵਿੱਚ। ਤੇ ਕੁਝ ਹੈ ਕਿ ਜਿਹੜੇ ਚਾਹੁੰਦੇ ਹੈ, ਜਿਨ੍ਹਾਂ ਦੇ ਕੋਲ ਹੈ ਤੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਕੋਲ, ਤੇ ਉਹਨਾਂ ਨੂੰ ਪਰ ਡਿਵੈਲਪ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੈ। Amen.
So the first gift is wisdom. ਤੇ ਪਹਿਲਾ ਜੋ ਗਿਫਟ ਹੈਗਾ ਉਹ ਕੀ ਹੈ? ਵਿਜ਼ਡਮ। This is very, very, very important. Application of knowledge is wisdom. ਤੇ ਜੋ ਸਮਝ ਨੂੰ ਹੀ ਇੱਕ ਤਰ੍ਹਾਂ ਸਮਝ ਨੂੰ ਅਪਲਾਈ ਕਰਨਾ, ਸਮਝ ਨੂੰ ਲਗਾ ਕੇ ਹਰ ਚੀਜ਼ ਕਰਨੀ, ਉਹਨੂੰ ਹੀ ਕਹਿੰਦੇ ਆ ਕਿ ਬੁੱਧੀ ਹੋਣਾ, ਵਿਜ਼ਡਮ ਹੋਣਾ। Wisdom is not just having a good idea, but it is like a revelation that comes from God in certain situations when you are confused, when you don't know what to do. Then wisdom just helps you to make a decision. I'll give you some examples. ਬੁੱਧੀ ਕੀ ਹੈ? ਬੁੱਧੀ ਦਾ ਅਸਲ ਮਤਲਬ ਕੀ ਹੈ ਕਿ ਐਸੀ ਸਮਝ ਹੋਣਾ ਕਿ ਜਿਹਦੇ ਵਿੱਚ ਆਪਾਂ ਨੂੰ ਪਤਾ ਹੋਏ ਤੇ ਆ ਨਹੀਂ ਕਿ ਕੋਈ ਇੱਕ ਚੰਗਾ ਆਈਡੀਆ ਆ ਗਿਆ ਤੇ ਉਹ ਬੰਦਾ ਮੀਨਸ ਉਹ ਬੁੱਧੀਮਾਨੀ ਹੈ ਤੇ ਉਹ ਬੁੱਧੀਮਾਨ ਗਿਣਿਆ ਗਿਆ, ਬਟ ਇੱਕ ਐਸੀ ਚੀਜ਼ ਜਿਹਦੇ ਵਿੱਚ ਆਪਾਂ ਸਮਝ ਲਗਾ ਸਕੀਏ ਤੇ ਪਰਮੇਸ਼ਰ ਦੇ ਦਾ। You know, King Solomon had a situation. The two ladies came and one lady said, "This is my son." The other said, "This is my son." Wisdom. What did Solomon do? He said, "Bring a knife. Let's cut the baby." And the woman who was not the real mother said, "Okay," because she was not going to lose anything. But the one who really was the mother, she said, "No, no, 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 no. Let her take the son." Why? Because she was a real mother. Wisdom, gift of wisdom. ਜੇ ਆਪਾਂ ਰਾਜਾ ਸੁਲੇਮਾਨ ਦੀ ਗੱਲ ਕਰੀਏ ਤੇ ਉਹਦੇ ਕੋਲ ਕੀ ਸੀਗਾ? ਉਹਦੇ ਕੋਲ ਬੁੱਧੀ ਦਾ ਵਰਦਾਨ ਸੀ। ਤੇ ਉਹ ਵਾਲੀ ਸਟੋਰੀ ਕਿ ਜਿਹਦੇ ਵਿੱਚ ਦੋ ਔਰਤਾਂ ਆਪਣੇ ਇੱਕ ਬੱਚੇ ਨੂੰ ਲੈ ਕੇ ਆਉਂਦੀ ਹੈ ਤੇ ਉਹਦੇ ਤੇ ਝਗੜਾ ਹੁੰਦਾ ਹੈ ਕਿ ਇਹ ਬੱਚਾ ਮੇਰਾ ਹੈ ਜਾਂ ਫਿਰ ਉਹਦਾ ਕਿਹਦਾ। ਤੇ ਰਾਜਾ ਸੁਲੇਮਾਨ ਉਸ ਸਮੇਂ ਕੀ ਉਹ ਬੁੱਧੀ ਨੂੰ ਪ੍ਰਯੋਗ ਕਰਦਾ ਹੈ ਤੇ ਉੱਥੇ ਬੁੱਧੀ ਮੰਨੀ ਜਾਂਦੀ ਹੈ ਕਿ ਉਹਨੇ ਕਿਹਾ ਕਿ ਇੱਕ ਚਾਕੂ ਲੈ ਕੇ ਆਓ ਤੇ ਇਸ ਬੱਚੇ ਨੂੰ ਇਹਦੇ ਦੋ ਹਿੱਸੇ ਕਰ ਦਿਓ। ਤੇ ਜੋ ਅਸਲ ਮਾਂ ਹੁੰਦੀ ਉਹ ਬੋਲ ਪੈਂਦੀ ਕਿ ਨਹੀਂ, ਇਸ ਤਰੀਕੇ ਨਹੀਂ ਕਰੋ। ਤੇ ਉੱਥੇ ਬੁੱਧੀ ਦਾ ਵਰਦਾਨ ਕੰਮ ਕੀਤਾ ਸੁਲੇਮਾਨ ਜੀ। Just last month, I went to see Pastor Harun and Pastor Vicky. ਤੇ ਪਿਛਲੇ ਮਹੀਨੇ ਮੈਂ ਪਾਸਟਰ ਹਾਰੂਨ ਨੂੰ ਤੇ ਪਾਸਟਰ ਵਿੱਕੀ ਨੂੰ ਮਿਲ ਗਿਆ। And I said to them, the church is growing. We want to move out the Sunday school. And I'm thinking we should start moving out. I already told the landlord we are looking for another place. And both of them did not feel in their spirit that this should happen. And both of them had the wisdom that let's break the room. Let's move out our Sunday school. We will hire a place and make more space. Hallelujah. And then I spoke to I was getting a call. I had to cut it off. My wife is calling me, so I might be in trouble. But anyway, she knows I'm with you guys. It was not wise to cut the call, but anyway, that was wisdom, I think. Anyway, what was I saying? Yeah, and then I spoke to the frontline team, and the frontline team said, yes, we can take the tables out, we can buy new tables and make more space, and new ideas started coming. And so God started giving us ideas, and that was wisdom of God. ਤੇ ਪਿਛਲੇ ਜਦੋਂ ਮੈਂ ਟਾਈਮ ਮਿਲ ਗਿਆ ਉਹਨਾਂ ਨੂੰ ਤੇ ਮੈਂ ਗੱਲ ਕੀਤੀ ਕਿ ਚਰਚ ਕਲੀਸਿਆ ਵੱਧ ਰਿਹਾ ਤੇ ਉੱਥੇ ਸੰਡੇ ਸਕੂਲ ਵੀ ਹੈ ਤੇ ਹੁਣ ਉਹ ਛੋਟਾ ਪੈ ਰਿਹਾ ਹੈ, ਠੀਕ ਹੈ, ਤੇ ਆਪਾਂ ਉਸ ਤੋਂ ਬਾਹਰ ਜਾਣਾ ਚਾਹੁੰਦੇ, ਮੂਵ ਕਰਨਾ ਚਾਹੁੰਦੇ, ਇੱਕ ਨਵੀਂ ਥਾਂ ਲੈਣਾ ਚਾਹੁੰਦੇ। ਮੈਂ ਦੱਸ ਵੀ ਚੁੱਕਿਆ ਹਾਂ। ਤੇ ਫਿਰ ਉਹਨਾਂ ਨੇ ਕੀ ਕਿਹਾ, ਮੈਨੂੰ ਦੱਸਿਆ ਕਿ ਅਸੀਂ ਆਤਮਾ ਦੇ ਵਿੱਚ ਹਾਲੇ ਉਹਨਾਂ ਨੇ ਦੱਸਿਆ ਕਿ ਉਹ ਮਹਿਸੂਸ ਨਹੀਂ ਕਰਦੇ ਹਾਲੇ ਕਿ ਇਹ ਸਹੀ ਸਮਾਂ ਕਰਨ ਦਾ। ਤੇ ਉਹਨਾਂ ਨੇ ਦੱਸਿਆ ਕਿ ਆਪਾਂ ਸ਼ਾਇਦ ਐਵੇਂ ਕਰ ਸਕਦੇ ਕਿ ਜੋ ਕਮਰਾ ਬਣਾ ਹੋਇਆ ਹੈ ਜਾਂ ਫਿਰ ਕੁਝ ਚੀਜ਼ ਹੈ ਵੈਜੀਟੇਬਲਸ ਉਹ ਆਪਾਂ ਮੂਵ ਕਰ ਸਕਦੇ ਹਾਂ, ਸੰਡੇ ਸਕੂਲ ਦੇ ਲਈ ਇੱਕ ਥਾਂ ਆਪਾਂ ਕਿਰਾਏ ਤੇ ਲੈ ਸਕਦੇ ਹਾਂ ਹਰ ਸੰਡੇ ਨੂੰ। ਤੇ ਇਸ ਤਰੀਕੇ ਜਦੋਂ ਮੈਂ ਟੀਮ ਦੇ ਨਾਲ ਵੀ ਗੱਲ ਕੀਤੀ ਇੱਥੇ ਤੇ ਉਹਨਾਂ ਨੇ ਵੀ ਕਿਹਾ ਕਿ ਹਾਂ ਅਸੀਂ ਟੇਬਲਸ ਨੂੰ ਇੱਧਰ ਉੱਧਰ ਕਰ ਸਕਦੇ ਹਾਂ, ਆਪਾਂ ਥਾਂ ਬਣਾ ਸਕਦੇ ਹਾਂ, ਵੱਡੀ ਕਰ ਸਕਦੇ ਹਾਂ। ਤੇ ਇਹ ਕੀ ਹੈ ਕਿ ਜਿਵੇਂ ਉਹ ਇੱਕ ਬੁੱਧੀ ਆਣੀ ਸ਼ੁਰੂ ਹੋ ਗਈ, ਵੱਖਰੇ ਵੱਖਰੇ ਇੱਕ ਜੋ ਆਈਡੀਆ ਸੀ ਉਹ ਆਣੇ ਸ਼ੁਰੂ ਹੋ ਗਏ। Amen. Especially in the area of counseling, this gift is very much needed. When you counsel people will come with different problems. They are confused. They are asking you for answers, or they're looking forward to get something that would help them to make a decision on something. Maybe they want to travel to another country, or they want to get married, or I don't know, whatever. And then the gift of wisdom will help you to give them the counsel, the salah. ਤੇ ਜੋ ਇਹ ਬੁੱਧੀ ਦਾ ਵਰਦਾਨ ਹੈ, ਇਹ ਸਭ ਤੋਂ ਜ਼ਿਆਦਾ ਕੀ ਹੈ, ਆਪਾਂ ਨੂੰ ਉਸ ਸਮੇਂ ਦੀ ਲੋੜ ਹੈ ਜਦੋਂ ਆਪਣੇ ਕੋਲ ਕੋਈ ਸਲਾਹ ਲੈਣ ਆ ਜਾਂਦਾ ਹੈ, ਠੀਕ ਹੈ। ਮੰਨ ਲਓ ਕਿ ਕੋਈ ਪੁੱਛੇ ਕਿ ਮੈਨੂੰ ਬਾਹਰ ਜਾਣਾ, ਪਾਸਟਰ ਮੈਂ ਬਾਹਰ ਜਾਣਾ ਚਾਹੁੰਦਾ, ਕਿ ਮੈਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ, ਜਾਂ ਫਿਰ ਇਸ ਚੀਜ਼ ਦਾ ਮੈਂ ਕੋਈ ਮੈਰਿਜ ਕਰਾਂ ਜਾਂ ਨਾ ਕਰਾਂ। ਤੇ ਕੋਈ ਵੀ ਫੈਸਲਾ ਜਦੋਂ ਕੋਈ ਆ ਕੇ ਐਸੀ ਚੀਜ਼ ਸਿੱਧਾ ਪੁੱਛਣ ਲੱਗ ਜਾਂਦਾ, ਉਸ ਸਮੇਂ ਦੇ ਵਿੱਚ ਕੀ ਹੈ, ਕਿਸੇ ਨੂੰ ਸਲਾਹਕਾਰੀ ਦੇਣ ਦੇ ਵਿੱਚ ਆਪਾਂ ਨੂੰ ਇਸ ਬੁੱਧੀ ਦਾ ਵਰਦਾਨ ਦੀ ਬਹੁਤ ਲੋੜ ਹੈ। Sometimes regarding financial matters, I speak to my friends who are not Christians even, and they have the wisdom
to say certain things which I take on board, because this gift operates even in non-Christians for different reasons. ਮੈਂ ਆਪਣੇ ਦੋਸਤਾਂ ਤੋਂ ਪੁੱਛਦਾ ਕੁਛ, ਜੇ ਮੈਨੂੰ ਸਲਾਹ ਲੈਣੀ ਹੁੰਦੀ ਹੈ ਜਾਂ ਫਿਰ ਗੱਲ ਜਦੋਂ ਵੀ ਕਰਦੇ ਆ, ਤੇ ਕਈ ਵਾਰੀ ਉਹ ਐਸੀ ਅੱਗੋਂ ਕੋਈ ਆਪਾਂ ਨੂੰ ਕਦੇ ਕਦੇ ਕੋਈ ਜਵਾਬ ਦਿੰਦਾ ਕੋਈ ਵੀ, ਜਾਂ ਫਿਰ ਐਸੀ ਗੱਲ ਕਹਿ ਦਿੰਦੇ ਕਿ ਜਿਹੜੀ ਆਪਾਂ ਨੂੰ ਲੱਗਦੀ ਹੈ ਕਿ ਇਹ ਤਾਂ ਬੜੀ ਬੁੱਧੀਮਾਨੀ ਵਾਲੀ ਗੱਲ ਹੈ, ਤੇ ਜ਼ਰੂਰੀ ਨਹੀਂ ਕਿ ਇਹ ਸਿਰਫ ਮਸੀਹੀ ਦੇ ਵਿੱਚ ਹੀ ਕੰਮ ਕਰਦਾ ਹੈ, ਜਾਂ ਫਿਰ ਤੇ ਇਹ ਜੋ ਗੈਰ ਮਸੀਹ ਨੇ ਉਹਨਾਂ ਦੇ ਵਿੱਚ ਵੀ ਕੰਮ ਕਰਦਾ ਹੈ। Amen. The second gift is the word of knowledge. ਤੇ ਜੋ ਦੂਸਰਾ ਜੋ ਹੈਗਾ ਵਰਦਾਨ, ਉਹਦੇ ਬਾਰੇ ਗੱਲ ਕਰਾਂਗੇ, ਉਹ ਹੈ ਕਿ ਐਸਾ ਬੁੱਧੀਮਾਨੀ ਦਾ ਵਚਨ। Now, this is information about someone which you would have not known unless the Holy Spirit has revealed it to you. ਜੋ ਇੱਕ ਕਹ ਲੋ ਕਿ ਇੱਕ ਸਮਝ ਦਾ ਸ਼ਬਦ ਜਾਂ ਫਿਰ ਇੱਕ ਗਿਆਨ ਨੌਲੇਜ ਦਾ ਵਰਡ ਜੋ ਆਪਾਂ ਨੂੰ ਉਦੋਂ ਆਂਦਾ ਕਿ ਹੋ ਸਕਦਾ ਕਿ ਆਪਾਂ ਅਗਲੇ ਪਰਸਨ ਨੂੰ ਕੁਝ ਵੀ ਜਾਣਦੇ ਨਾ ਹੋਈਏ, ਪਰ ਪ੍ਰਾਰਥਨਾ ਦੇ ਦੌਰਾਨ ਪਵਿੱਤਰ ਆਤਮਾ ਐਸਾ ਜ਼ਾਹਿਰ ਕਰੇਗਾ ਉਸ ਅਗਲੇ ਬੰਦੇ ਬਾਰੇ ਜਿਹਨੂੰ ਤੁਸੀਂ ਕਦੇ ਵੀ ਨਹੀਂ ਜਾਣਿਆ ਹੋਵੇਗਾ, ਦੇਖਿਆ ਹੋਵੇਗਾ, ਤੇ ਉਹਦੇ ਬਾਰੇ ਕੁਝ ਐਸਾ ਜ਼ਾਹਿਰ ਕਰੇਗਾ ਜੋ ਤੁਹਾਨੂੰ ਪਤਾ ਨਹੀਂ ਹੋਏਗਾ। Like for example, you are in a meeting and you feel, and you know me, many times this gift works through me by God's grace. Again, I must say everything is by God's grace. I would say there is somebody here with certain problem. You are thinking of committing suicide, or there is somebody here who has a problem in India with their mother, or there is somebody here with this situation, and it just comes fresh. It's called the word of knowledge. ਇਹਨੂੰ ਕਹਿੰਦੇ ਕਿ ਇੱਕ ਸਮਝ ਦਾ ਸ਼ਬਦ ਕਹਿ ਲੋ, ਕਿ ਸਮਝ ਦਾ ਵਚਨ ਆ ਗਿਆ ਜਾਂ ਫਿਰ ਸ਼ਬਦ ਆ ਗਿਆ, ਕਿ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰੀ ਪ੍ਰਾਰਥਨਾ ਦੇ ਦੌਰਾਨ ਕਲੀਸੀ ਦੇ ਵਿੱਚ ਕਿ ਪਾਸਟਰ ਜੀ ਨੂੰ ਕੁਝ ਐਸੇ ਸ਼ਬਦ ਮਿਲਦੇ ਆ ਆਤਮਾ ਦੇ ਦੁਆਰਾ ਕਿ ਕੋਈ ਬੰਦਾ ਐਸਾ ਹੈ ਜੋ ਕਿ ਬੜਾ ਦੁਖੀ ਹੈ, ਜਾਂ ਫਿਰ ਕੋਈ ਬੰਦਾ ਇੰਡੀਆ 'ਚ ਇਹ ਚੀਜ਼ ਹੋਣ ਵਾਲੀ ਹੈ ਜਾਂ ਫਿਰ ਹੋ ਰਿਹਾ ਕੁਝ ਕਿਸੇ ਦੀ ਜ਼ਿੰਦਗੀ 'ਚ ਕੁਝ ਐਸਾ ਜ਼ਾਹਿਰ ਕੀਤਾ ਜਾਂਦਾ ਹੈ। And I know that this gift is in operation in our church, even without the London team being there. This is in operation. I know this. ਤੇ ਮੈਂ ਚੰਗੀ ਤਰ੍ਹਾਂ ਜਾਣਦਾ ਆਤਮਾ ਦੇ ਵਿੱਚ ਕਿ ਜੋ ਇਹ ਵਰਦਾਨ ਹੈ, ਜੋ ਵਰਡ ਆਫ ਨੌਲੇਜ, ਇੱਕ ਗਿਆਨ ਦਾ ਸ਼ਬਦ, ਇਹ ਵਰਦਾਨ ਆਪਣੀ ਕਲੀਸਿਆ ਦੇ ਵਿੱਚ ਕੰਮ ਕਰਦਾ ਹੈ। ਬੇਸ਼ੱਕ ਚਾਹੇ ਉੱਥੇ ਇੰਗਲੈਂਡ ਦੀ ਜੋ ਲੰਡਨ ਵਾਲੀ ਜੋ ਟੀਮ ਹੈ ਉਹ ਹੋਏ ਨਾ ਹੋਏ, ਉੱਥੇ ਤੁਹਾਡੇ ਵਿੱਚ ਵੀ ਇਹ ਕੰਮ ਕਰਦਾ ਹੈ। And one of the situations when Jesus was asked to pay the taxes, he said, "Go, there will be a fish, and in the fish there will be a coin." It was a word of knowledge he had. ਇੱਕ ਉਦਾਹਰਣ ਉਹ ਵਾਲਾ ਹੈਗਾ ਕਿ ਉਦਾਹਰਣ ਨਹੀਂ ਸੱਚ ਹੈਗਾ ਕਿ ਜਦੋਂ ਜੀਸਸ ਨੂੰ ਉੱਥੇ ਲਿਖਿਆ ਹੈ ਕਿ ਉਹਨਾਂ ਨੇ ਟੈਕਸਿਸ ਪੇ ਕਰਨੇ ਸੀਗੇ, ਤੇ ਜੀਸਸ ਨੇ ਕਿਹਾ ਕਿ ਤੂੰ ਉੱਥੇ ਜਾ ਤੇ ਤੈਨੂੰ ਇੱਕ ਫਿਸ਼ ਮਿਲੇਗੀ, ਇੱਕ ਮੱਛਲੀ ਮਿਲੇਗੀ, ਉਹਦੇ ਮੂੰਹ 'ਚ ਗੋਲਡ ਦਾ ਸਿੱਕਾ ਹੋਏਗਾ। ਤੇ ਉਹ ਕੀ ਆਪਾਂ ਕਹਿ ਸਕਦੇ ਕਿ ਇੱਕ ਵਰਡ ਆਫ ਨੌਲੇਜ ਸੀਗਾ, ਇੱਕ ਸਮਝ ਦਾ ਵਚਨ ਸੀ ਜੋ ਜੀਸਸ ਨੇ ਬੋਲਿਆ। Jesus also told the Samaritan woman when she said she is not married, Jesus said to her, "You have 5 husbands." She was shocked when Jesus said that to her. ਤੇ ਜੋ ਸਾਮਰੀ ਔਰਤ ਸੀਗੀ ਜੋ ਖੂਹ ਤੇ ਮਿਲਦੀ ਹੈ ਜੀਸਸ ਨੂੰ, ਯਿਸੂ ਨੇ ਉਹਦੇ ਬਾਰੇ ਵੀ ਕਿਹਾ ਕਿ ਤੇਰੇ 5 ਹਸਬੈਂਡ ਹੈ, ਫਿਰ ਵੀ ਤੂੰ ਕਹਿ ਰਹੀ ਹੈ ਕਿ ਮੇਰੀ ਸ਼ਾਦੀ ਨਹੀਂ ਹੋਈ ਹੈ। So for a believer, this gift would help them to become stronger in their faith, and for unbelievers, I believe it will bring them closer to Jesus, or they will find salvation in Jesus, because they will be surprised, wow, how come this guy came to know about my life? And this is like, wow, this is amazing, and they will I believe come to know God. मैं विश्वास करता कि जो वर्ड ऑफ नॉलेज है, ये जो समझ दा जो वचन है, इस वरदान दा कि ਜਿਹੜੇ ਵਿਸ਼ਵਾਸੀ ਹੈ ਉਹਨਾਂ ਦੇ ਕੋਲ ਉਹਨੂੰ ਤਾਂ ਹੋਰ ਅੱਗੇ ਵਧਣ ਦੇ ਵਿੱਚ ਮਦਦ ਕਰਦਾ ਹੈ ਕਿ ਹਾਂ ਇਹ ਕਿ ਸਾਡੇ ਦੁਆਰਾ ਪਰਮੇਸ਼ਰ ਨੇ ਇਸ ਤਰੀਕੇ ਕੀਤਾ। ਪਰ ਜਿਹੜਾ ਅਵਿਸ਼ਵਾਸੀ ਹੈ, ਮੰਨ ਲਓ ਜਿਹੜਾ ਕੋਈ ਨਵਾਂ ਮਸੀਹ ਹੈ, ਤੇ ਉਹਦੇ ਲਈ ਉਹਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬੜਾ ਮਦਦ ਕਰਦਾ ਕਿ ਉਹ ਐਕਸਾਈਟਡ ਹੋ ਜਾਂਦੇ ਸੁਣ ਕੇ, ਵਾਓ ਕਿ ਇਦਾਂ ਮੈਂ ਕਿ ਇਹਨਾਂ ਨੂੰ ਨਹੀਂ ਪਤਾ ਸੀ ਇਹਨਾਂ ਨੇ ਕਿਵੇਂ ਬੋਲ ਦਿੱਤਾ, ਤੇ ਐਕਸਾਈਟਡ ਹੋ ਜਾਂਦੇ ਤੇ ਮਸੀਹ ਦੇ ਵਿੱਚ ਆਉਂਦੇ। Amen. Just as I'm speaking, some things are coming to me fresh now. There is somebody in our group here who is battling depression. This is, I'm not teaching, this is real, okay? This is not an example. I'm saying now in our group there is somebody who is battling depression. So if you want to talk to me, you can call me after the meeting. There is somebody who is battling depression. So I would like to pray for you. You don't need to tell me now who it is. I just had a word of knowledge type of thing. ਜਿਹਨੂੰ ਹੁਣੇ ਇੱਕ ਵਰਡ ਆਫ ਨੌਲੇਜ ਕਹਿ ਲੋ, ਸਮਝ ਦਾ ਆਤਮਾ ਦੇ ਦੁਆਰਾ ਮਿਲਿਆ, ਤੇ ਇਹ ਉਦਾਹਰਣ ਨਹੀਂ ਹੈ, ਸੱਚ ਕਹਿ ਰਹੇ ਕਿ ਕੋਈ ਆਪਣੇ ਵਿੱਚੋਂ ਹੈਗਾ ਜੋ ਸੰਘਰਸ਼ ਕਰ ਰਿਹਾ ਡਿਪਰੈਸ਼ਨ ਦੇ ਨਾਲ, ਤੇ ਪ੍ਰਾਰਥਨਾ ਤੋਂ ਬਾਅਦ ਜੇ ਉਹ ਪ੍ਰਾਰਥਨਾ ਕਰਵਾਉਣਾ ਚਾਹੁੰਦੇ ਇਸ ਮੀਟਿੰਗ ਤੋਂ ਬਾਅਦ,
ਤੇ ਉਹ ਪਾਸਟਰ ਜੀ ਨਾਲ ਗੱਲ ਕਰ ਸਕਦੇ ਆ। Amen. Let's move on. The gift of faith. ਤੇ ਹੁਣ ਆਪਾਂ ਗੱਲ ਕਰਾਂਗੇ ਇੱਕ ਵਿਸ਼ਵਾਸ ਦੇ ਵਰਦਾਨ ਦੇ ਦੁਆਰੇ। Now ਵਿਸ਼ਵਾਸ we ਦਾ all, ਵਰਦਾਨ। now we all have a degree of faith. ਤੇ ਆਪਣੇ ਸਾਰਿਆਂ ਕੋਲ ਕੀ ਹੈ ਕਿ ਇੱਕ ਕਹਿ ਲਓ ਕਿ ਇੱਕ ਪਾਰਟ ਹੈਗਾ, ਇੱਕ ਪੋਰਸ਼ਨ ਹੈਗਾ ਆਪਣੇ ਕੋਲ ਵਿਸ਼ਵਾਸ ਦਾ, ਸਾਰਿਆਂ ਦੇ ਕੋਲ। And that's what we did when we accepted Christ in our lives. We accepted him by faith in our lives. Hallelujah. ਇਹ ਆਪਾਂ ਉਦੋਂ ਕੀਤਾ ਜਦੋਂ ਆਪਾਂ ਮਸੀਹ ਨੂੰ ਪਹਿਲੀ ਦਫਾ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕੀਤਾ, ਆਪਾਂ ਵਿਸ਼ਵਾਸ ਦੇ ਦੁਆਰਾ ਗ੍ਰਹਿਣ ਕੀਤਾ ਉਹਨੂੰ। But this gift of faith is to believe for something impossible or highly unlikely. That this is another level of faith in operation. ਪਰ ਜੋ ਇੱਥੇ ਵਿਸ਼ਵਾਸ ਦੇ ਵਰਦਾਨ ਦੀ ਜੋ ਗੱਲ ਹੋ ਰਹੀ ਹੈ, ਇਸ ਵਰਦਾਨ ਦੀ ਇਹ ਹੈਗਾ ਕਿ ਇੱਕ ਉੱਚੇ ਸਤਰ ਦੇ ਉੱਪਰ ਲੈ ਕੇ, ਇੱਕ ਉਹ ਵਾਲਾ ਛੋਟਾ ਨਹੀਂ ਜਿਹਦੇ ਦੁਆਰਾ ਆਪਾਂ, ਪਰ ਇੱਕ ਵਿਸ਼ਵਾਸ ਦੇ ਵੱਡੇ ਲੈਵਲ ਤੇ ਆਉਣ ਦਾ, ਜਿੱਥੇ ਵੱਡੇ ਕੰਮ ਹੋ ਸਕਣ ਵਿਸ਼ਵਾਸ ਦੇ ਦੁਆਰਾ। An example is the woman who came and touched the garment of Jesus. She had faith that she would be healed as she would touch Jesus's garment, and she was healed. She exercised a high level of faith. ਤੇ ਇੱਥੇ ਆਪਾਂ ਉਦਾਹਰਨ ਦੇਖ ਸਕਦੇ ਹਾਂ, ਸਭ ਤੋਂ ਵੱਡਾ ਕਿ ਜਿਹੜੀ ਉਹ ਔਰਤ ਹੁੰਦੀ ਹੈ ਜੋ ਯਿਸੂ ਮਸੀਹ ਦੇ ਪਿੱਛੇ ਆਂਦੀ ਹੈ ਤੇ ਉਹਦੇ ਕੱਪੜੇ ਨੂੰ ਛੂ ਲੈਂਦੀ ਹੈ, ਤੇ ਉਹ ਵਿਸ਼ਵਾਸ ਕਰਦੀ ਹੈ ਕਿ ਜੇ ਮੈਂ ਸਿਰਫ ਹੱਥ ਹੀ ਲਗਾ ਲੂੰਗੀ ਤਾਂ ਮੈਂ ਚੰਗੀ ਹੋ ਜਾਊਂਗੀ, ਤੇ ਉਹ ਚੰਗੀ ਹੋਈ ਵੀ। ਤੇ ਉਹ ਉਸ ਲੈਵਲ ਦਾ, ਕਹਿ ਲਓ ਉਸ ਹਾਈ ਲੈਵਲ ਦਾ, ਇੱਕ ਬਹੁਤ ਉੱਚੇ ਸਤਰ ਦਾ ਵਿਸ਼ਵਾਸ ਸੀਗਾ ਜੋ ਉਹਦੇ ਅੰਦਰ ਕੰਮ ਕੀਤਾ। In October 2018, I came to Cyprus to plant a Punjabi church. Hallelujah. By faith, another level of faith. ਹਾਲੇਲੂਇਆ। ਤੇ 2018 ਚ ਕਿ ਮੈਂ ਪਾਸਟਰ ਜੀ ਫਸਟ ਟਾਈਮ ਉੱਥੇ ਸਾਈਪਰਸ ਆਏ, ਤੇ ਉਹਨਾਂ ਨੇ ਕੀ ਉਹ ਵਿਸ਼ਵਾਸ ਦੇ ਨਾਲ ਆਏ ਤੇ ਉੱਥੇ ਦੇਖਣ ਆਏ ਕਿ ਮੈਂ ਇੱਥੇ ਕਲੀਸਿਆ ਖੜੀ ਕਰ ਸਕਦਾ, ਤੇ ਹੋਇਆ ਵੀ। ਆਮੀਨ। And from the basement hall, we were paying 200 euros. We said, let's move on to another big building which was going to cost us 900 euros. We didn't have the money. That was operation of faith gift. ਆਪਾਂ ਜਦੋਂ ਬੇਸਮੈਂਟ ਤੇ ਸੀਗੇ ਤੇ ਉੱਥੇ ਆਪਾਂ ਇਹ ਵਿਸ਼ਵਾਸ ਦੇ ਨਾਲ ਇਹ ਕਲੇਮ ਕੀਤਾ ਕਿ ਆਪਾਂ ਨਵੀਂ ਥਾਂ ਦੇ ਉੱਪਰ ਜਾ ਰਹੇ ਹਾਂ, ਜਿੱਥੇ ਕਿ ਆਪਾਂ ਹੋਰ ਰੈਂਟ ਪੇ ਕਰਾਂਗੇ, ਪਰ ਇੱਕ ਵੱਡੀ ਥਾਂ ਤੇ ਜਾ ਰਹੇ, ਤੇ ਇੱਕ ਵਿਸ਼ਵਾਸ ਦਾ ਵਰਦਾਨ ਸੀਗਾ ਜੋ ਕੰਮ ਕੀਤਾ। Amen. So this is another dynamics of faith, and I believe some of you have this gift to trust the Lord and exercise high level of faith. It's just not usual faith. It takes guts and courage and himmat to believe God for the impossible. ਤੇ ਮੈਂ ਵਿਸ਼ਵਾਸ ਕਰਦਾ ਕਿ ਤੁਹਾਡੇ ਵਿੱਚ ਇਹ ਕੰਮ ਕਰਦਾ, ਇਹ ਵਰਦਾਨ ਕਿ ਉਸ ਲੈਵਲ ਦਾ ਵਰਦਾਨ ਜਿਹੜਾ ਅੱਗੇ ਜਾਣ ਦੇ ਲਈ, ਜਿਹੜੀ ਵੱਡੀ ਚੀਜ਼ਾਂ ਕਰਨ ਦੇ ਲਈ ਆਪਾਂ ਨੂੰ ਉਹਦੀ ਜ਼ਰੂਰਤ ਹੈ, ਇਹ ਵਰਦਾਨ ਕੰਮ ਕਰਦਾ। ਤੇ ਐਸੀ ਇੱਕ ਕਹਿ ਲਓ ਕਿ ਇੱਕ ਸਪੀਡ ਹੈ, ਡਾਇਨਾਮਿਕਸ, ਇੱਕ ਉਹ ਸਪੀਡ ਦੇ ਨਾਲ ਅੱਗੇ ਜਾਣ ਦਾ। Amen. We move on to the gift of healing. ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਚੰਗਾਈ ਦੇ ਵਰਦਾਨ ਦੇ ਉੱਪਰ। I believe this is mainly physical healing, but I believe also emotional and spiritual healing also is part of it. ਤੇ ਇਹ ਜ਼ਿਆਦਾਤਰ ਤਾਂ ਆਪਾਂ ਇਹਨੂੰ ਕਿਵੇਂ ਦੇਖਦੇ ਹਾਂ, ਜਦ ਆਪਾਂ ਇਸ ਚੰਗਾਈ ਦੇ ਬਾਰੇ ਗੱਲ ਸੋਚਦੇ ਹਾਂ ਤੇ ਆਪਾਂ ਸੋਚਦੇ ਕਿ ਸਰੀਰਿਕ ਹੈ, ਪਰ ਮੈਂ ਵਿਸ਼ਵਾਸ ਕਰਦਾ ਕਿ ਉਸ ਤੋਂ ਵੀ ਵੱਧ ਕੇ ਇਮੋਸ਼ਨਲੀ ਵੀ ਤੇ ਸਭ ਪ੍ਰਕਾਰ ਦੀ ਚੰਗਾਈ। It also involves healing or deliverances from demons and oppression from the enemy. ਤੇ ਛੁਟਕਾਰਾ, ਜੋ ਵੀ ਸ਼ੈਤਾਨ ਤੇ ਉਹਦੀ ਦੁਸ਼ਟ ਆਤਮਾ ਤੋਂ ਛੁਟਕਾਰਾ, ਤੇ ਜੋ ਕੁਝ ਵੀ ਬੰਧਨ ਹੈਗੇ ਉਹਨਾਂ ਤੋਂ ਛੁਟਕਾਰਾ। This is and maybe you are experiencing this as you have been laying your hands on the people, or maybe praying over the phone for the sick people, and you have been having testimonies of people saying, oh yes, I got healed when you prayed for me. Of course it is God who works through us, but God uses us. Like we have a topic in the stage 3, laying on of hands. God uses simple people like us to do the healing. ਕਹਿ ਲਓ ਕਿ ਇੱਕ ਅਲੌਕਿਕ ਵਰਦਾਨ ਦੇ ਲਈ ਜੋ ਕਿ ਇੱਕ ਸੁਪਰ ਨੈਚੁਰਲ ਹੈ, ਇਸ ਨੂੰ ਆਪਾਂ ਕੰਮ ਕਰਦੇ ਦੇਖਿਆ ਵੀ ਹੋਵੇਗਾ ਕਿ ਹੋ ਸਕਦਾ ਜਦ ਲੋਕੀ ਆਉਂਦੇ ਉਹਨਾਂ ਦੇ ਉੱਪਰ ਹੱਥ ਰੱਖ ਕੇ ਆਪਾਂ ਪ੍ਰਾਰਥਨਾ ਕਰਦੇ ਆ ਜਾਂ ਫਿਰ ਹੁੰਦੀ ਹੈ, ਤੇ ਉਸ ਤੋਂ ਬਾਅਦ ਉਹਨਾਂ ਦੇ ਕਾਲਸ ਆਉਂਦੇ ਕਿ ਤੁਸੀਂ ਪ੍ਰਾਰਥਨਾ ਕੀਤੀ ਤੇ ਮੈਂ ਚੰਗਾ ਹੋ ਗਿਆ, ਤੇ ਆਪਾਂ ਨਹੀਂ ਉਹ ਕਰਨ ਵਾਲੇ, ਉਹ ਪਰਮੇਸ਼ਰ ਕਰਨ ਵਾਲਾ ਹੈ, ਪਰ ਇਹ ਵਰਦਾਨ ਉਸ ਸਮੇਂ ਕੰਮ ਕਰ ਰਿਹਾ ਹੁੰਦਾ। Now there might be some of you who might feel, yes, every time you pray really people get healed, and maybe some of you might pray sometimes and some people get healed. But if there is somebody here every time you pray, or majority of people are getting healed, then I believe you have the gift of healing.
That doesn't mean that some of us or all of us will never be able to pray for healing for people and that they will not get well. Many of us, I believe, will pray and people will get healed. But some of us have a strong gift given by the Holy Spirit for healing. ਤੇ ਹੋ ਸਕਦਾ ਕਿ ਇਹ ਵਰਦਾਨ ਆਪਣੇ ਸਾਰੇ ਦੇ ਵਿੱਚ ਹੋਏ ਕਿ ਪਰ ਕੁਛ ਇੱਕ ਦੇ ਵਿੱਚ ਤੇ ਕੁਛ ਹੋਰਾਂ ਦੇ ਵਿੱਚ ਐਸਾ ਹੋਏ ਕਿ ਕਿਸੇ ਦੇ ਅੰਦਰ ਤਾਂ ਬਹੁਤ ਹੀ ਸਟਰੋਂਗਲੀ ਕੰਮ ਕਰ ਰੱਖੇ, ਜਿਵੇਂ ਉਹਨਾਂ ਨੇ ਹੱਥ ਰੱਖੇ ਤੇ ਚੰਗਿਆਈਆਂ ਹੋਈ ਤੇ ਉਹ ਉਸ ਚੰਗਿਆਈ ਨੂੰ ਦੇਖ ਰਹੇ ਨੇ। ਪਰ ਕੁਛ ਹੈਗੇ ਕਿ ਜਿਹੜਾ ਸੋਚਦੇ ਕਿ ਮੈਂ ਪ੍ਰਾਰਥਨਾ ਕੀਤੀ ਪਰ ਉਹਦੇ ਵਿੱਚੋਂ ਕੁਛ ਚੰਗੇ ਹੋ ਗਏ, ਕੁਛ ਨਹੀਂ ਚੰਗੇ। ਕੁਛ ਐਸੇ ਵੀ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਨਾਲ ਕੰਮ ਕਰਦਾ ਹੈ ਕਿ ਕੁਛ ਦੇਰ ਬਾਅਦ ਉਹਦਾ ਨਤੀਜਾ ਦੇਖਣਗੇ। Yeah, this gift works, I believe, in partnership with the gift of faith as well, because to pray for healing by faith, to pray for healing, you need faith to pray for somebody. ਤੇ ਮੈਂ ਵਿਸ਼ਵਾਸ ਕਰਦਾ ਕਿ ਜੋ ਚੰਗਾਈ ਦਾ ਵਰਦਾਨ ਹੈ ਉਹ ਵਿਸ਼ਵਾਸ ਦੇ ਵਰਦਾਨ ਦੇ ਨਾਲ ਇੱਕ ਹੋ ਕੇ ਕੰਮ ਕਰਦਾ ਹੈ, ਕਿਉਂਕਿ ਚੰਗਾਈ ਕਰਨ ਦੇ ਲਈ, ਕਿਸੇ ਨੂੰ ਚੰਗਾ ਕਰਨ ਦੇ ਲਈ ਆਪਾਂ ਨੂੰ ਵਿਸ਼ਵਾਸ ਦੀ ਵੀ ਜ਼ਰੂਰਤ ਹੈ। Amen. We move on to miracles and wonders, another gift. ਤੇ ਹੁਣ ਆਪਾਂ ਅਗਲੇ ਵਰਦਾਨ ਤੇ ਚੱਲਾਂਗੇ ਜੋ ਹੈ ਇੱਕ ਚਮਤਕਾਰ ਕਰਨ ਦਾ ਵਰਦਾਨ। Something supernatural happens, raising the dead, for example. ਤੇ ਕੁਝ ਅਨੋਖਾ, ਕੁਝ ਅਦਭੁਤ ਹੋਣਾ, ਅਲੌਕਿਕ ਹੋਣਾ ਕਿ ਜਿਵੇਂ ਮੁਰਦਿਆਂ ਨੂੰ ਜ਼ਿੰਦਾ ਕਰਨਾ ਜਾਂ ਫਿਰ ਕੁਝ ਸੁਪਰਨੈਚੁਰਲ ਚੀਜ਼ਾਂ ਹੋਣੀਆਂ। Or multiplying the 5 loaves and the fish, the bread and the fish was, my goodness, multiplication from a small portion. That was a miracle, a wonder. ਆਮੀਨ। ਤੇ ਉਹ ਇੱਕ ਅਦਭੁਤ ਉਹ ਸੀਗਾ, ਕਹਿ ਲਓ ਕਿ ਇੱਕ ਅਦਭੁਤ ਚੀਜ਼ ਸੀ, ਇੱਕ ਉਹ ਮਿਰੇਕਲ ਸੀਗਾ, ਇੱਕ ਚਮਤਕਾਰ ਸੀਗਾ ਕਿ ਜਦੋਂ ਉਹਨਾਂ ਨੇ ਲੋਵਸ ਨੂੰ 5 ਰੋਟੀ ਤੇ 3 ਮਛਲੀ ਨੂੰ ਜਦੋਂ ਉਹਨਾਂ ਨੇ ਮਲਟੀਪਲਾਈ ਕਰ ਦਿੱਤਾ। ਕੁਝ ਐਸਾ ਵਰਦਾਨ ਜਿਹੜਾ ਕਿ ਛੋਟੇ ਪੋਰਸ਼ਨ ਨੂੰ ਜਦੋਂ ਉਹ ਦਿਖਾਏ ਕਿ ਬਹੁਤ ਵੱਡਾ ਉਹ ਮਲਟੀਪਲੀਕੇਸ਼ਨ ਹੋ ਜਾਏ। Elijah shut the heavens for 3 years and then he said open heaven, rain came. There was a gift, there was a sign and a wonder or miracle, big time. ਜੋ ਇਲਾਈਜਾ, ਜੋ ਏਲੀਆ ਸੀਗਾ, ਉਹਨੇ ਕੀ ਸੀ, ਉਹਨੇ ਜਦੋਂ ਪ੍ਰਾਰਥਨਾ ਕੀਤੀ ਤੇ ਉਹ 3.5 ਸਾਲ ਤੱਕ ਉਹਨੇ ਆਕਾਸ਼ ਨੂੰ ਕਹਿ ਲਓ ਬੰਦ ਕਰ ਦਿੱਤਾ ਰੇਨ ਦੇ ਲਈ। ਤੇ ਪਰ ਜਦੋਂ ਉਹਨੇ ਬਾਅਦ ਚ ਪ੍ਰਾਰਥਨਾ ਕੀਤੀ ਤੇ ਉਹ ਖੁੱਲ ਗਿਆ ਕਿ ਬਾਰਿਸ਼ ਹੋਣ ਲੱਗੀ। ਇਸ ਤਰ੍ਹਾਂ ਦੇ ਵੱਡੇ ਕੰਮਾਂ ਦਾ ਕਰਨ ਵਾਲਾ ਉਹ ਵਰਦਾਨ। Amen. House of Glory Church, which is you people, is a miracle of God and a wonder of God. Hallelujah. ਤੇ ਹਾਊਸ ਆਫ ਗਲੋਰੀ ਚਰਚ ਕਲੀਸਿਆ ਤੁਸੀਂ ਕਿਉਂ ਕਿ ਪਰਮੇਸ਼ਰ ਦੇ ਐਸੇ ਹੀ ਆਹੀ ਵਰਦਾਨ ਦੇ ਲੋਕੀ ਕਿ ਮਿਰੇਕਲਸ ਹੋ, ਤੁਸੀਂ ਉਹਨਾਂ ਦੇ ਅਦਭੁਤ ਕੰਮ ਹੋ ਪਰਮੇਸ਼ਰ ਦਾ। So this gift will operate in not just, I believe, small miracles, but something huge, something supernatural, and something like wow, a different dynamics to it. ਇਹ ਕਹਿ ਸਕਦਾ ਕਿ ਮੈਂ ਜਿਵੇਂ ਛੋਟੀ ਚੀਜ਼ਾਂ ਦੇ ਲਈ ਨਹੀਂ ਕਿ ਛੋਟੇ ਕੰਮ, ਇੱਕ ਵੱਡੇ ਜਿਹੜੇ ਕਿ ਆਪਾਂ ਨੇ ਸੋਚੇ ਨਾ ਹੋਣ, ਐਸੇ ਕੰਮਾਂ ਨੂੰ ਕਰ ਦੇਣ ਵਾਲਾ, ਐਸੇ ਚਮਤਕਾਰਾਂ ਨੂੰ ਕਰ ਦੇਣ ਵਾਲਾ ਵਰਦਾਨ ਹੈ। Amen. Amen. You can ask questions at the end. If you have any questions, write it down as I'm teaching. Even if you don't agree with something, you can challenge me, all right? We move on to prophecy. ਚਲਦੇ ਆ, ਸੌਰੀ ਬ੍ਰਦਰ, Prophecy. ਕਿ ਭਵਿਸ਼ਯਵਾਣੀ ਉਹਦੇ ਉੱਪਰ ਚੱਲਦੇ ਆ। Yeah. Purpose of prophecy is to build up the body of Christ. ਭਵਿਸ਼ਯਵਾਣੀਆਂ ਦਾ ਕੀ ਹੈ, ਉਹਦਾ ਕੰਮ ਕੀ ਹੈ ਕਿ ਜੋ ਕਲੀਸਿਆ ਹੈ ਤੇ ਪਰਮੇਸ਼ਰ ਦੇ ਲੋਕ ਉਹਨਾਂ ਨੂੰ ਵਧਾਉਣਾ। Now, last time I said that a prophet would prophesy, but all who prophesy are not prophets. ਲਾਸਟ ਵਾਰੀ ਮੈਂ ਗੱਲ ਕਹੀ ਸੀ, ਪਾਸਟਰ ਜੀ ਨੇ ਗੱਲ ਕਹੀ ਸੀ ਕਿ ਜੋ ਭਵਿਸ਼ਯਵਾਣੀ ਕਰਦੇ ਹੈ ਉਹ ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਭਵਿਸ਼ਯਵਕਤਾ ਹੀ ਹੋਣ। Of course, we need to be careful of the prophecy that we receive. We will not talk about it again here. We have talked about a lot about false prophecies and false prophets. So there is no time here. We are just touching on the gifts. And you, some of you have been prophesying in this group. ਕੁਝ ਤੁਹਾਡੇ ਵਿੱਚੋਂ ਹੈਗੇ ਇਸ ਗਰੁੱਪ ਦੇ ਵਿੱਚ ਕਿ ਜਿਹੜੇ ਕਿ ਭਵਿਸ਼ਯਵਾਣੀਆਂ ਨੂੰ ਰਿਸੀਵ ਕਰਦੇ ਕਿ ਉਹ ਦਿੰਦੇ ਵੀ ਨੇ, ਅੱਗੇ ਦੱਸਦੇ ਭਵਿਸ਼ਯਵਾਣੀਆਂ ਨੂੰ ਕਰਦੇ ਹੈ। ਤੇ ਇਸ ਗਿਫਟ ਦੇ ਉੱਪਰ ਜ਼ਿਆਦਾ ਨਹੀਂ ਗੱਲ ਕਰਾਂਗੇ। Hallelujah. There is a prophecy for somebody, I feel now, in the name of Jesus. Look, I'm just trusting the Lord as I'm teaching you, and the Lord is just giving me, and you can test it. Hallelujah, Jesus. I do not want to take the name of the person, but the visa situation that you are going through, the Lord is saying He will give you the visa in the name of Jesus. You have been given only like 1 month extension or end of the month, but in the name of Jesus, there is a visa coming for 2 years of extension in the name of Jesus. Hallelujah. Okay. Somebody from this group. All right. Praise God. Translate.
ਪਾਸਟਰ ਜੀ ਨੇ ਭਵਿੱਖਬਾਣੀ ਕੀਤੀ ਹੈ ਹੁਣੇ ਕਿ ਤੁਹਾਡੇ ਵਿੱਚੋਂ ਕੋਈ ਹੈਗਾ, ਉਹਨਾਂ ਦਾ ਨਾਮ ਨਹੀਂ ਲੈਣਗੇ ਪਾਸਟਰ ਜੀ, ਆਪਣੇ ਵਿੱਚੋਂ ਕੋਈ ਹੈਗਾ ਜੋ ਕਿ ਵੀਜ਼ਾ ਦੀ ਪ੍ਰੋਬਲਮ ਨੂੰ ਲੈ ਕੇ ਕੁਝ ਚੱਲ ਰਿਹਾ ਤੇ ਕੁਝ ਕਹਿ ਲਓ ਕਿ 2-1 ਮਹੀਨੇ ਹੀ ਰਹਿ ਗਏ ਤੇ ਪਰਮੇਸ਼ਰ ਜ਼ਰੂਰ ਉਹਦੇ ਜੋ ਵੀਜ਼ਾ ਹੈ ਉਹਨੂੰ ਐਕਸਟੈਂਸ਼ਨ ਮਿਲੇਗੀ ਤੇ 2 ਸਾਲ ਦੇ ਲਈ ਐਕਸਟੈਂਸ਼ਨ ਮਿਲੇਗੀ। Amen. We've got only 3 men in here, so it's one of them. All right. So it makes it. I'm making it easy for you guys. Praise the Lord. Praise the Lord. So prophecy and word of knowledge is closely knitted to each other. Sometimes there is not a big difference sometimes in prophecy and in word of knowledge, in my opinion. ਮੇਰੀ ਰਾਏ ਦੇ ਵਿੱਚ ਕੀ ਹੈ ਕਿ ਜੋ ਇਹ ਭਵਿੱਖਬਾਣੀ ਦਾ ਜੋ ਵਰਦਾਨ ਹੈ ਤੇ ਜੋ ਆਪਾਂ ਜਿਹਦੇ ਬਾਰੇ ਗੱਲ ਕੀਤੀ ਸੀਗੀ ਕਿ ਵਰਡ ਆਫ ਨੌਲੇਜ, ਇੱਕ ਸਮਝ, ਇੱਕ ਗਿਆਨ ਦਾ ਵਚਨ ਜੋ ਪਰਮੇਸ਼ਰ ਦੇ ਵੱਲੋਂ ਆਣਾ, ਇਹ ਦੋਨੇ ਕਹਿ ਲਓ ਕਿ ਇੱਕ ਤਰ੍ਹਾਂ ਇੱਕ ਦੂਸਰੇ ਨਾਲ ਮਿਲੇ ਹੋਏ ਹੈ, ਅੱਡ ਨਹੀਂ ਹੈ ਮੇਰੇ ਰਾਏ ਦੇ ਵਿੱਚ। Amen. Now maybe somebody can quickly give a testimony. If I prophesied at some point in your life and the prophecy came to pass, please, अगर कोई है जिनके लाइफ के ऊपर मैंने प्रोफेसी किया था और प्रोफेसी पूरी हो गई, anybody in this group, then please testify. सिटी विच। जी पास्टर जी, मेरी लाइफ में आपने की थी जब नया साल स्टार्ट हुआ था कि 6 मंथ में बहुत कुछ होने वाला है आपकी लाइफ में, तो बहुत कुछ मेरी लाइफ में हुआ। जैसे मैं बेबी कंसीव नहीं कर सकती थी, लेकिन खुदा ने बेबी के साथ मुझे ब्लेस किया। और जैसे मेरे वीजे का प्रॉब्लम था, आपने वो भी मेरे लिए प्रोफेसी की थी कि आपको वीजा लगेगा और अच्छा लगेगा। तो आज मुझे पिंक स्लिप में मेरी आई और मेरे ऑनर्स ने मुझे आज दी, तो वो 2 प्रोफेसी मेरी लाइफ में पूरी हुई पास्टर जी। Amen, amen. Praise the Lord. Hallelujah. Anybody else? और कोई है मैंने जो प्रोफेसी की थी और पूरी हो गई? Anybody else? क्योंकि मुझे याद नहीं रहता है, बहुत प्रोफेसी देता हूँ तो मैं भूल जाता हूँ। ਕੋਈ ਵੀ ਹੈ ਜਿਹਨੂੰ ਪਾਸਟਰ ਜੀ ਨੇ ਕਦੇ ਕੋਈ ਕਲੀਸਿਆ ਦੇ ਦੌਰਾਨ, ਪ੍ਰਾਰਥਨਾ ਦੇ ਦੌਰਾਨ ਕੁਝ ਪ੍ਰੋਫੈਸੀ ਭਵਿੱਖਬਾਣੀ ਦਿੱਤੀ ਹੋਏ, ਉਹ ਪੂਰੀ ਹੋਏ, ਉਹ ਦੱਸ ਸਕਦਾ ਹੈ, ਸ਼ੇਅਰ ਕਰ ਸਕਦਾ ਹੈ। हाँ जी पास्टर जी, आपने मेरे लिए प्रोफेसी की थी 2018 ਵਿੱਚ। ਸੋ ਉਹ ਪੂਰੀ ਹੋ ਚੁੱਕੀ ਹੈ ਔਰ ਥੋੜੇ ਦਿਨਾਂ ਵਿੱਚ ਉਹ ਗਵਾਹੀ ਦੇ ਰੂਪ ਵਿੱਚ ਮੈਂ ਸਾਰਿਆਂ ਨੂੰ ਦੱਸਾਂਗੀ। ਔਰ ਇੱਕ ਜੋ ਤੁਸੀਂ ਕੰਮ ਦੇ ਵਾਸਤੇ ਵੀ ਕਿ ਤੁਹਾਨੂੰ ਮੇਰੇ ਕੰਮ ਦੇ ਵਾਸਤੇ ਪੂਰਾ ਟਾਈਮ ਟੇਬਲ ਖੁਦਾ ਨੇ ਦਿਖਾਇਆ ਸੀ ਕਿ ਕਿੱਦਾਂ ਹੋਊਗਾ, ਤੇ ਉਹ ਵੀ ਉਸੇ ਹੀ ਤਰੀਕੇ ਨਾਲ ਮੇਰੀ ਟਾਈਮਿੰਗ ਆ ਕੰਮ ਦੀ, ਸਭ ਕੁਝ। ਔਰ ਹੁਣੀ ਜੋ ਤੁਸੀਂ ਕਿਹਾ 2 ਸਾਲ ਦੇ ਵਿਸ਼ੇ ਦੇ ਵਿੱਚ ਕਿ 2 ਸਾਲ ਦਾ ਵੀਜ਼ਾ ਮਿਲੂਗਾ, ਔਰ ਅੱਜ ਹੀ ਮੇਰਾ ਫਾਰਮ ਫਿਲ ਹੋਇਆ ਹੈ ਸਾਰਾ ਵੀਜ਼ੇ ਦਾ ਫਾਈਲ, तो ਉਹਦੇ ਵਿੱਚ 2 ਸਾਲ ਦਾ ਮੇਰਾ ਵੀਜ਼ਾ ਲੱਗਿਆ ਹੈ। हालेलुया, ਹਾਲੇਲੂਇਆ। प्रेज लॉर्ड। तो वीजा लग गया? हाँ जी पास्टर जी, आज मेरी फाइल सब कुछ हो गया और वो देकर आया इमिग्रेशन में आज। हाँ, तो वीजा लग जाएगी ना? नहीं लग गया ना अभी तक? तो फाइल फिल हो गया, सब कुछ हाँ, हो गया चलो, पास्टर जी। प्रेज लॉर्ड। फिंगर रह गए मेरे पास। चलो, वेरी गुड, वेरी गुड। मुझे याद नहीं है 2018 में क्या मैंने प्रोफेसी की थी। 2000 बहुत टाइम हो गया ना। चलो, so I was giving you an example that you know, prophecies are true and we need to be careful of course we need to test them, but prophecies are real. ਜਿਵੇਂ ਸਿਰਫ ਇੱਕ ਉਦਾਹਰਣ ਸੀਗਾ ਜੋ ਆਪਾਂ ਲਏ ਕਿ ਇੱਕ ਭਵਿੱਖਬਾਣੀ ਦੇ ਉਦਾਹਰਣ, ਤੇ ਆਪਾਂ ਉਹਦੇ ਨਾਲ ਦੇਖ ਰਹੇ ਸੀ ਕਿ ਜੋ ਵਚਨ ਹੈਗਾ, ਜੋ ਸਮਝ, ਜੋ ਗਿਆਨ ਦਾ ਵਚਨ ਹੈ ਉਹਦੇ ਨਾਲ ਕਿਵੇਂ ਰਿਲੇਟਡ ਹੈ, ਕਿ ਕੋਈ ਵਚਨ ਦਿੱਤਾ ਜਾਂਦਾ ਹੈ ਤੇ ਉਹ ਪ੍ਰੋਫੈਸੀ ਬਣ ਕੇ ਪੂਰਾ ਹੋਇਆ। Another gift we are moving on to of the Holy Spirit is speaking in tongues, which is basically giving a message in tongues. ਜੋ ਅਗਲਾ ਆਪਾਂ ਵਰਦਾਨ ਬਾਰੇ ਗੱਲ ਕਰਾਂਗੇ ਉਹ ਅਨੰਨ ਭਾਸ਼ਾ ਬਾਰੇ, ਕਿ ਉਸ ਨੂੰ ਬੋਲਣ ਦਾ ਵਰਦਾਨ, ਤੇ ਉਹਦਾ ਵਾਸਤਵਿਕ ਅਰਥ ਕੀ ਹੈ ਕਿ ਉਹਦਾ ਅਰਥ ਦੱਸਣਾ, ਜੋ ਅਨੰਨ ਭਾਸ਼ਾ ਉਹਨਾਂ ਦੇ ਅਰਥ ਦੇ ਬਾਰੇ। This is a gift of giving a message in tongues. It is not speaking in tongues. These are 2 different gifts, and I can say to you that when you get baptized in the Holy Spirit, when you start speaking in tongues, that is, I also think that is a gift of Jesus, because Jesus baptizes us in the Holy Spirit. That is speaking in tongues, which automatically happens when you are baptized. But this is a different gift. This is a message in tongues, and I will explain. ਆਤਮਾ ਦੇ ਵਰਦਾਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ, ਜੋ ਇਹ ਵਾਲਾ ਜੋ ਆਤਮਾ ਦਾ ਵਰਦਾਨ ਹੈ ਕਿ ਮੈਸੇਜ ਦੇਣਾ, ਅਨ ਭਾਸ਼ਾ ਦੇ ਵਿੱਚ ਇੱਕ ਮੈਸੇਜ ਦੇਣਾ, ਉਹਨੂੰ ਕਹਿ ਲਓ ਕਿ ਇੰਟਰਪ੍ਰੀਟ ਕਰਕੇ
ਉਹਦਾ ਮਤਲਬ ਦੱਸ ਕੇ नहीं ਉਹ नहीं, ਉਸ इंटरप्रिटेशन की बात अभी मत करो. नेक्स्ट गिफ्ट इज इंटरप्रिटेशन. डोंट स्पीक ऑन इंटरप्रिटेशन. जस्ट से टू गिव अ मैसेज इन टंग्स इज डिफरेंट फ्रॉम स्पीकिंग इन टंग्स. ਜੋ ਇੱਕ ਆਪਾਂ ਅਨਭਾਸ਼ਾ ਜੋ ਆਪਾਂ ਨੂੰ ਬਪਤਿਸਮੇ ਤੋਂ ਬਾਅਦ ਆਪਾਂ ਨੂੰ ਮਿਲਦੀ ਆਪਾਂ ਰਿਸੀਵ ਕਰਦੇ ਜੋ ਯਿਸੂ ਦੇ ਦੁਆਰਾ ਆਪਾਂ ਨੂੰ ਦਿੱਤਾ ਜਾਂਦਾ ਹੈ ਤੇ ਹਾਂ। ਉਸ ਤੋਂ ਵੱਖਰਾ ਹੈ ਪਾਸਟਰ ਜੀ ਦਾ ਕਹਿੰਦਾ ਮਤਲਬ ਕਿ ਉਸ ਤੋਂ ਵੱਖਰਾ ਹੈ ਜੋ ਇੱਕ ਆ ਵਾਲਾ ਜਿਸ ਗਿਫਟ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ For example, if I want to pray in tongues now, I would be praying Hotamasi kerebe shukutorobo sinamasi kababa sukoromo mikarama sutobo shikarama kikarama mama sikebere. Now this is my speaking in tongue. This is a prayer that I'm praying in the tongues. But message in tongues is different. ਆਪਾਂ ਨੂੰ ਅਨਭਾਸ਼ਾ ਦੇ ਵਿੱਚ ਬੋਲ ਕੇ ਦਿਖਾਇਆ ਠੀਕ ਹੈ ਇਹ ਇੱਕ ਕਹਿ ਲਓ ਕਿ ਇੱਕ ਵਰਦਾਨ ਹੈ ਜਿਹੜਾ ਆਪਾਂ ਨੂੰ ਬਪਤਿਸਮੇ ਦੇ ਦੌਰਾਨ ਆਪਾਂ ਨੂੰ ਮਿਲਿਆ ਕਿ ਅਨਭਾਸ਼ਾ ਦੇ ਵਿੱਚ ਬੋਲਣਾ ਪਰ ਇਹ ਉਸ ਤੋਂ ਅਲੱਗ ਹੈ ਜਿਹੜਾ ਪਾਸਟਰ ਜੀ ਅੱਗੇ ਦੱਸਣ ਵਾਲੇ ਆਪਾਂ ਨੂੰ ਕਿ ਅਨਭਾਸ਼ਾ ਦੇ ਵਿੱਚ ਉਹਦਾ ਅਰਥ ਦੱਸਣਾ. Now when we are together in a meeting or a service, and when maybe worship is going on, or when there is a little bit of break before the next song and somebody just comes up and gives a message, so this is not praying in tongue. This is a message given in the tongue language. ਕਿ ਕੋਈ ਉੱਥੇ ਕਿ ਪ੍ਰਾਰਥਨਾ ਚੱਲ ਰਹੀ ਨਾ ਤੇ ਕੋਈ ਆਇਆ ਹੈ ਕੋਈ ਆ ਕੇ ਜੋ ਪ੍ਰਾਰਥਨਾ ਕਰਨ ਵਾਲੇ ਮੇਰਾ ਮਤਲਬ ਹੈ ਕਿ ਉਹ ਆਏ ਹੈ ਉਹਨਾਂ ਨੇ ਪ੍ਰਾਰਥਨਾ ਕੀਤੀ ਤੁਹਾਡੇ ਲਈ ਮੰਨ ਲਓ ਜੋ ਉਹਨੇ ਹੱਥ ਵੀ ਰੱਖਿਆ ਜਾਂ ਫਿਰ ਉਹ ਦੂਰੋਂ ਕੁਝ ਪ੍ਰਾਰਥਨਾ ਕਰੇ ਅਨਭਾਸ਼ਾ ਦੇ ਵਿੱਚ ਉਹ ਬੋਲ ਕੇ ਅਨਭਾਸ਼ਾ ਦੇ ਵਿੱਚ ਉਹ ਪ੍ਰਾਰਥਨਾ ਕਰ ਰਿਹਾ ਤੇ ਹੋ ਸਕਦਾ ਹੈ ਕਿ ਉਹ ਸਿਰਫ ਉਹ ਪ੍ਰਾਰਥਨਾ ਨਹੀਂ ਕਰ ਰਿਹਾ ਆਪਣੇ ਅੰਦਰੋਂ ਕਿ ਅਨਭਾਸ਼ਾ ਬੋਲ ਕੇ ਸਿਰਫ ਆਤਮਾ 'ਚ ਪ੍ਰਾਰਥਨਾ ਨਹੀਂ ਹੋ ਸਕਦਾ ਤੁਹਾਡੇ ਲਈ ਕੋਈ ਮੈਸੇਜ ਇੰਪਾਰਟ ਕਰ ਰਿਹਾ. ਹਾਂ, this gift is in Amandeep. ਤੇ ਇਹ ਵਾਲਾ ਜੋ ਗਿਫਟ ਹੈਗਾ ਉਹ ਅਮਨਦੀਪ ਦੇ ਵਿੱਚ ਹੈ. Many times Amandeep gives messages in tongues, not speaking in tongues, gives messages in tongues. ਤੇ ਜੋ ਅਮਨਦੀਪ ਹੈ ਜੋ ਉਹ ਕੀ ਹੈ ਕਿ ਉਹ ਜ਼ਿਆਦਾਤਰ ਕਈ ਦਫਾ ਐਵੇਂ ਹੁੰਦਾ ਕਿ ਜਦ ਉਹ ਅਨਭਾਸ਼ਾ ਦੇ ਵਿੱਚ ਪ੍ਰਾਰਥਨਾ ਕਰਦੇ ਹੋ ਇੱਕ ਮੈਸੇਜ ਆਪਾਂ ਨੂੰ ਦਿੰਦੇ. And we move on to the next gift, which is the interpretation of tongues. ਤੇ ਆਪਾਂ ਅਗਲੇ ਉਸ ਦੇ ਉੱਪਰ ਜਾਵਾਂਗੇ ਵਰਦਾਨ ਦੇ ਉੱਪਰ ਜਿਹਦੇ ਹੁਣ ਪਾਸਟਰ ਜੀ ਗੱਲ ਕਰ ਰਹੇ ਕਿ ਜੋ ਅਨਭਾਸ਼ਾ ਬੋਲਣਾ ਉਹਦਾ ਅਰਥ ਦੱਸਣਾ ਇੰਟਰਪ੍ਰੀਟ ਕਰਨਾ. So if a message is given in tongues, then we need the interpretation of it. One minute, Pastor Ji. My mom is here. Yeah. आशा जी, आप रिकॉर्डिंग पॉज करके प्रियंका की सुन लो, उसका माइक्रोफोन बंद है. आप रिकॉर्डिंग स्टॉप करके उसका सुन लो. इधर मुझे रिकॉर्डिंग अगर इधर गलती करूंगा ना तो फिर मुझे प्रॉब्लम हो जाएगा क्योंकि मैं फोन पे कर रहा हूँ. इधर वो ऑप्शन नहीं आ रही है जो लैपटॉप पे आती है पॉज करने को. तो थोड़ा सा गड़बड़ अगर करूंगा तो फिर मैं पूरा ये बंद हो जाएगा. इसलिए मैं थोड़ा सा डर रहा हूँ कुछ करने को. जी अभी एक अर्जेंट प्रेयर आया है. हमारे साथ वाले घर में आग लग गया है, वहाँ पे फायर ब्रिगेड आया है और अभी वी नीड. चलो प्रार्थना करेंगे. प्रार्थना हाथ लिया. Yeah, Father, in the name of Jesus, Lord, we just pray for this fire to stop in Jesus' mighty name. We believe, Lord, you will help the fire brigade as well to stop the fire, and there will be no more casualties. There will be no more loss of life or whatever property and all this stuff. We command the spirit of violence or spirit of death that is maybe operating there to we bind it in the name of Jesus, and we pray for healing. We pray for restoration of whatever is burnt. जो भी जल गया है वो restore करो यीशु के नाम से, और जो family को शांति दे दो right now. Amen. 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 Thank you. Amen. So I was saying, if there is a message in tongues that is given, then we need the interpretation. Otherwise, it will be a big joke that we have a message in tongues and there is no interpretation. I'm not talking about speaking in tongues. Speaking in tongues is different. Speaking in tongues is I have got another teaching on it, which I did. Ranjit translated. But I'm talking about when a message comes, we need the interpretation.
Are you there, Priyanka? चलो मैं ही ट्रांसलेट करूंगा. अगर मैसेज आया है टंग्स के दौरान तो are you here? हाँ, मम्मा बस जा रही थी, सॉरी. Okay. So yeah. So you heard me what I said? ਔਰ ਪਾਸਟਰ ਜੀ ਨੇ ਆਪਾਂ ਨੂੰ ਦੱਸਿਆ ਕਿ ਜੋ ਵਰਦਾਨ ਹੁੰਦਾ ਹੈ, ਜੋ ਆਪਾਂ ਅਨਨ ਭਾਸ਼ਾ ਦਾ ਵਰਦਾਨ ਬੋਲਦੇ ਆ, ਉਹ ਉਸ ਤੋਂ ਅਲੱਗ ਹੈ ਕਿ ਜਦੋਂ ਆਪਾਂ ਇੱਕ ਕੋਈ ਆ ਕੇ ਉਹਦਾ ਇੰਟਰਪ੍ਰੀਟੇਸ਼ਨ ਕਰਦਾ ਹੈ, ਉਹਦਾ ਆਪਾਂ ਨੂੰ ਅਰਥ ਦੱਸਦਾ ਹੈ, ਉਹਦਾ ਅਰਥ ਕਰਨਾ ਤੇ ਅਨ ਭਾਸ਼ਾ ਦੇ ਵਿੱਚ ਬੋਲਣਾ ਦੋਨੋਂ ਵੱਖਰੇ ਹੈ. ਹਾਂ. So when interpretation is different from translation, ਤੇ ਜਿਹੜਾ ਉਹਨਾਂ ਨੇ ਦੱਸਿਆ ਕਿ ਜੋ ਅਰਥ ਦੱਸਣਾ, ਅਨ ਭਾਸ਼ਾ ਦਾ ਅਰਥ ਦੱਸਣਾ ਨਾਲ ਨਾ ਉਹ ਵੱਖਰਾ ਹੈ ਅਨ ਭਾਸ਼ਾ ਤੋਂ. ਅਨ ਭਾਸ਼ਾ ਦੇ ਵਿੱਚ ਬੋਲਣਾ ਸਿੰਪਲੀ. no, I'm saying interpretation is different from translation. Just translate what I'm saying. ਜਿਹੜਾ ਜੋ ਇੰਟਰਪ੍ਰੀਟੇਸ਼ਨ ਹੈ ਜਿਵੇਂ ਕਿ ਆਪਾਂ ਕਰ ਰਹੇ ਹਾਂ ਹਨਾ, ਬੋਲ ਕੇ ਕਰਨਾ, ਉਹ ਟ੍ਰਾਂਸਲੇਸ਼ਨ ਤੋਂ ਵੱਖਰਾ. ਜਿਹੜਾ ਟ੍ਰਾਂਸਲੇਸ਼ਨ ਆਪਾਂ ਰਿਟਨ 'ਚ ਕਰਦੇ ਆ ਨਾ, ਤੇ ਇੰਟਰਪ੍ਰੀਟੇਸ਼ਨ ਵੱਖਰਾ. I will explain. For example, if I give a long tongue message like Korama Sitaraba Soto Pokika Ramanama Karababa, and I go for another 2 minutes, the interpretation might be just one sentence or one word even. It could be like the Lord is saying, be holy. So it doesn't mean that if I give a long tongue message, I have to have the translation. No, I need to have the interpretation. ਤੇ ਜੋ ਹੁਣ ਮਤਲਬ ਆਪਾਂ ਨੂੰ ਕਲੀਅਰ ਹੋਇਆ ਕਿ ਜਿਵੇਂ ਅਨ ਭਾਸ਼ਾ ਮੰਨ ਲਓ ਕਿ ਕਾਫੀ ਦੇਰ ਤੱਕ ਬੋਲਿਆ, ਠੀਕ ਹੈ, ਹੋ ਸਕਦਾ ਕਿ ਅਨ ਭਾਸ਼ਾ ਜੋ ਆਪਾਂ ਬੋਲਦੇ ਰਹੇ ਉਹ ਕਾਫੀ ਦੇਰ ਤੱਕ ਹੈ, ਪਰ ਜੋ ਉਹਦਾ ਮੈਸੇਜ ਹੋਏਗਾ, ਮੈਸੇਜ ਨਹੀਂ ਕਹਿ ਲਓ ਕਿ ਜਦ ਆਪਾਂ ਉਹਦੀ ਇੰਟਰਪ੍ਰੀਟੇਸ਼ਨ ਕਰਾਂਗੇ, ਉਹਦਾ ਅਰਥ ਦੱਸਾਂਗੇ, ਉਹਦਾ ਟ੍ਰਾਂਸਲੇਸ਼ਨ ਹੋਏਗਾ, ਉਹ ਹੋ ਸਕਦਾ ਕਿ 2 ਸ਼ਬਦਾਂ ਦੇ ਵਿੱਚ ਹੀ ਹੋਏ ਕਿ ਅਨ ਭਾਸ਼ਾ ਬਹੁਤ ਸੀ, ਪਰ ਜਦੋਂ ਉਹਦਾ ਟ੍ਰਾਂਸਲੇਸ਼ਨ ਹੋਏਗਾ ਹੋ ਸਕਦਾ ਉਹ 2 ਹੀ ਸ਼ਬਦ ਹੋਣ ਕਿ ਪਵਿੱਤਰ ਬਣੋ. So you need to understand translation is different from interpretation. ਤੇ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜੋ ਇੰਟਰਪ੍ਰੀਟੇਸ਼ਨ ਹੈ ਉਹ ਟ੍ਰਾਂਸਲੇਸ਼ਨ ਤੋਂ ਵੱਖਰਾ ਹੈ. Now what Priyanka is doing is Priyanka is translating what I am preaching. She is not interpreting, but interpretation would be if a message comes, it could be a long one, and interpretation could be just in small few words or few sentences. Depends. ਆਪਾਂ ਜਿਵੇਂ ਕਰ ਰਹੇ ਹਾਂ ਉਹ ਕਹਿ ਲਓ ਕਿ ਇੱਕ ਤਰ੍ਹਾਂ ਦਾ ਟ੍ਰਾਂਸਲੇਸ਼ਨ ਹੈ ਕਿ ਜਿਸ 'ਚ ਆਪਾਂ ਕਹਿ ਰਹੇ ਕਿ ਕਿਸੇ ਦੇ ਸ਼ਬਦ ਘੱਟ ਹੈ, ਇੱਕ ਦੇ ਘੱਟ ਹੈ, ਇੱਕ ਦੇ ਜ਼ਿਆਦਾ ਵੀ ਹੋ ਸਕਦੇ, ਇੱਕ ਦੇ ਜ਼ਿਆਦਾ ਸ਼ਬਦ ਹੈ, ਦੂਸਰੇ ਦੇ ਘੱਟ ਹੋ ਸਕਦੇ ਹੈ. ਜਦੋਂ ਆਪਾਂ ਇੰਟਰਪ੍ਰੀਟੇਸ਼ਨ ਕਰਦੇ ਉਦੋਂ ਕਈ ਵਾਰੀ ਬਹੁਤ ਸਪੈਸੀਫਿਕ ਕਿ word to word ਕਿ ਇਸ ਤਰੀਕੇ. Amen. And so if a message is given, ideally the Bible says 1 or 2 should interpret it. Otherwise the Bible says whoever has given the interpretation, he just needs to keep quiet so that there will be order in the place and there will be no confusion. ਇਹ ਬਾਈਬਲ ਦੱਸਦੀ, ਆਪਾਂ ਇਸ ਵਚਨ ਬਾਰੇ ਪੜ੍ਹਿਆ ਕਿ ਜਿਹਦੇ ਕੋਲੇ ਕਹਿ ਲਓ ਇਹ ਵਾਲੇ ਵਰਦਾਨ ਹੋਣ, ਠੀਕ ਹੈ, ਤੇ ਜਦੋਂ ਕਲੀਸਿਆ ਦੇ ਵਿੱਚ ਕੋਈ ਅਨ ਭਾਸ਼ਾ ਬੋਲ ਰਿਹਾ ਮੰਨ ਲਓ, ਤੇ ਜੇ ਕਿਸੇ ਕਲੀਸਿਆ ਦੇ ਵਿੱਚ ਕਿਸੇ ਨੂੰ ਇਹ ਵਾਲਾ ਵਰਦਾਨ ਹੈ ਤੇ ਉਹ 2 ਜਾਂ 3 ਲੋਕ ਹੀ ਬੋਲਣ, ਤੇ ਜਿਹਨੂੰ ਅਰਥ ਕੱਢਣ ਦਾ ਹੈ ਜਦੋਂ ਅਰਥ ਦੱਸੇ ਤੇ ਦੂਸਰੇ ਚੁੱਪ ਰਹਿਣ. Amen. So we don't need to have if a message in tongues is given, we have 5 people, 10 people coming and interpreting. The Bible says 1 or 2 are enough. There must be some order. ਇੱਥੇ ਹਮੇਸ਼ਾ ਉੱਥੇ ਲਿਖਿਆ ਕਿ ਕਲੀਸਿਆ ਦੇ ਵਿੱਚ ਇੱਕ ਆਰਡਰ ਬਣਿਆ ਰਹੇ, ਇੱਕ ਸ਼ਾਂਤੀ ਬਣੀ ਰਹੇ, ਤੇ ਹੋ ਸਕਦਾ ਕਿ ਜ਼ਰੂਰੀ ਕਿ ਜਿੰਨੇ ਬੋਲ ਰਹੇ ਉਹ ਸਾਰੇ ਹੀ ਬੋਲਣ, ਤੇ ਹੋ ਸਕਦਾ ਕਿ ਜਿਵੇਂ ਕੁਝ ਇੱਕ ਬੋਲ ਰਹੇ ਪਰ 2 ਜਾਂ 3 ਉਹਨਾਂ ਵਿੱਚੋਂ ਅਰਥ ਦੱਸਣ ਵਾਲੇ ਹੋਣ. Yeah, I will send you the scripture. I should have put it in the study. I forgot. I will send you that scripture. Okay. The last gift of the Holy Spirit is discerning of spirits. ਤੇ ਜੋ ਲਾਸਟ ਜੋ ਵਰਦਾਨ ਹੈਗਾ ਹੈ ਪਵਿੱਤਰ ਦਾ, ਉਹ ਹੈ ਪਰਖ ਦਾ ਆਤਮਾ. Very, very important, because I have taught you on false teachers, false prophets, false evangelists, false pastors. We need to discern. ਤੇ ਇੱਥੇ ਇਹ ਵਾਲਾ ਬਹੁਤ ਜ਼ਰੂਰੀ ਕਹਿ ਲਓ ਕਿ ਬਹੁਤ ਇੰਪੋਰਟੈਂਟ ਗਿਫਟ ਹੈ ਜੋ ਡਿਸਰਨਮੈਂਟ, ਜੋ ਪਰਖ ਦਾ ਆਤਮਾ, ਕਿਉਂਕਿ ਆਪਾਂ ਗੱਲ ਕੀਤੀ ਹੈ ਝੂਠੇ ਭਵਿੱਖਵਕਤਾ ਵੀ ਹੈਗੇ, ਝੂਠੇ ਨਬੀ ਵੀ ਹੈਗੇ, ਸਭ ਕੁਝ ਆਪਾਂ ਕਿੰਨਾ ਕੁਝ ਪੜਿਆ, ਤੇ ਉਹਨਾਂ ਨੂੰ ਜਾਣਨ ਦੇ ਲਈ, ਪਰਖਣ ਦੇ ਲਈ ਆਪਾਂ ਨੂੰ ਵਰਦਾਨ ਚਾਹੀਦਾ ਹੈ. Like for example, a good example is when Peter came to Jesus and he said to him, "Oh no, you will not die. I will not let you die." Jesus said, "Get behind me, Satan." ਉਦਾਹਰਨ ਦੇਖਦੇ ਜੋ ਸਭ ਤੋਂ ਵਧੀਆ ਪਾਸੇ ਦਿੱਤਾ ਕਿ ਜਦੋਂ ਯੀਸ਼ੂ ਜਾ ਰਹੇ ਹੁੰਦੇ ਤੇ ਪਿੱਛੋਂ ਪਤਰਸ ਆ ਕੇ ਕਹਿੰਦੇ ਕਿ ਨਹੀਂ ਯੀਸ਼ੂ ਕੇ ਐਸਾ ਨਹੀਂ ਹੋ ਸਕਦਾ, ਤੁਸੀਂ ਨਹੀਂ ਮਰੋਗੇ, ਤੇ ਯੀਸ਼ੂ ਉਹਨੂੰ ਪਲਟ ਕੇ ਕਿਹਾ, ਉਹਨੂੰ ਕਹਿੰਦੇ ਕਿ ਦੂਰ ਹੋ ਜਾ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ. ਉਹ ਪਰਖ ਲੈਂਦੇ ਕਿ ਕਿਹੜਾ ਆਤਮਾ ਬੋਲ ਰਿਹਾ. Because
Peter was not speaking through his own. He was inspired by the devil that time. ਪਤਰਸ ਕੀ ਸੀਗਾ ਉਸ ਸਮੇਂ ਉਹ ਆਪਣੇ ਤਰਫ ਤੋਂ ਨਹੀਂ ਬੋਲ ਰਿਹਾ ਸੀਗਾ ਪਰ ਜੋ ਸਪਿਰਿਟ ਉਹਨੂੰ ਇਨਸਪਾਇਰ ਕਰ ਰਿਹਾ ਸੀ ਉਹ ਬੋਲਣ ਦੇ ਲਈ ਜੋ ਗੱਲ ਕਰ ਰਿਹਾ ਸੀ ਉਹ ਇੱਕ ਸਪਿਰਿਟ ਦੇ ਦੁਆਰਾ ਸੀਗਾ Amen. And so this is a very important gift when we are in ministry, when we are working with people to discern the motives of the people. Sometimes everything looks very nice, but there is a spirit behind it is operating. ਤੇ ਕਈ ਦਫਾ ਕੀ ਹੁੰਦਾ ਹੈ ਆਪਣੇ ਨਾਲ ਕਿ ਆਪਾਂ ਨੂੰ ਸਭ ਕੁਝ ਬਹੁਤ ਵਧੀਆ ਲੱਗ ਰਿਹਾ ਹੁੰਦਾ ਠੀਕ ਲੱਗ ਰਿਹਾ ਹੁੰਦਾ ਕਲੀਸਿਆ ਵੀ ਆਪਾਂ ਨੂੰ ਸਭ ਕੁਝ ਠੀਕ ਲੱਗ ਰਿਹਾ ਹੁੰਦਾ ਪਰ ਆਪਾਂ ਨੂੰ ਜ਼ਰੂਰਤ ਹੈ ਕਿ ਇੱਕ ਪਰਖ ਦਾ ਆਤਮਾ ਤਾਂ ਕਿ ਆਪਾਂ ਡਿਸਰਨ ਕਰ ਸਕੀਏ ਉਹਨਾਂ ਨੂੰ ਪਰਖ ਸਕੀਏ ਉਸ ਚੀਜ਼ ਨੂੰ Pastor Maurice Edward, when he came in July last year, he told the church there is a Jezebel spirit operating in our church. ਤੇ ਜੋ ਪਾਸਟਰ ਮੌਰਿਸ ਸੀਗੇ ਆਪਣੇ ਜੋ ਕਲੀਸਿਆ ਚ ਆਏ ਸੀਗੇ ਪਹਿਲਾਂ ਤੇ ਉਹਨਾਂ ਨੇ ਪਰਖ ਲਿਆ ਸੀਗਾ ਕਿ ਇੱਕ ਜੈਜ਼ੇਬਲ ਸਪਿਰਿਟ ਹੈ ਜੈਜ਼ੇਬਲ ਸਪਿਰਿਟ ਹੈ ਉਹ ਕੰਮ ਕਰਦੀ ਹੈ ਇਸ ਚਰਚ ਵਿੱਚ And Pastor Asif who preached one Sunday before Pastor Edward came to Cyprus in one Sunday morning online meeting, he preached on Jezebel. And I am thinking, why did he preach on Jezebel? Because I felt, oh my, that's very strange. But when Pastor Edward said there is a spirit working in the church, which is of Jezebelic nature, I said, wow, this is what God is trying to help us to deal with this issue. And there was the spirit of discernment came from Pastor Edward. And then we dealt with the spirit in the name of Jesus. ਪਾਸਟਰ ਜੀ ਆਪਾਂ ਨੂੰ ਦੱਸਿਆ ਕਿ ਜੋ ਪਹਿਲਾਂ ਜੋ ਪਾਸਟਰ ਆਸਿਫ ਤੇ ਪਾਸਟਰ ਐਡਵਰਡ ਦੀ ਵੀ ਉਹਨਾਂ ਨੇ ਗੱਲ ਦੱਸੀ ਕਿ ਜਦੋਂ ਆਪਣੀ ਕਿਸੇ ਚਾਹੇ ਤੋਂ ਉਹਨਾਂ ਨੇ ਪ੍ਰਚਾਰ ਕੀਤਾ ਸੀਗਾ ਸ਼ਾਇਦ ਲੰਡਨ ਤੋਂ ਜਾਂ ਫਿਰ ਆ ਕੇ ਜਦੋਂ ਪ੍ਰਚਾਰ ਕੀਤਾ ਸੀ ਤੇ ਉਹਨਾਂ ਨੇ ਇਸ ਟੌਪਿਕ ਦੇ ਉੱਪਰ ਇਸ ਮੁੱਦੇ ਦੇ ਉੱਪਰ ਪ੍ਰਚਾਰ ਕੀਤਾ ਕਿ ਸਪਿਰਿਟ ਆਫ ਜੈਜ਼ੇਬਲ ਤੇ ਪਾਸਟਰ ਦੱਸਿਆ ਕਿ ਮੈਂ ਉਸ ਟਾਈਮ ਬੜਾ ਹੈਰਾਨ ਹੋਇਆ ਕਿ ਇਹ ਕੀ ਟੌਪਿਕ ਹੈ ਕਿ ਜੈਜ਼ੇਬਲ ਦੀ ਸਪਿਰਿਟ ਦੇ ਉੱਪਰ ਕਿਉਂ ਪ੍ਰਚਾਰ ਕੀਤਾ ਹੈ ਕਿਉਂਕਿ ਉਹਨਾਂ ਨੇ ਡਿਸਰਨ ਕੀਤਾ ਉਹਨਾਂ ਨੂੰ ਪਰਖ ਸੀ ਕੁਝ ਪਰਖ ਦੇ ਵਿੱਚ ਉਹਨਾਂ ਨੇ ਪਾਇਆ ਤੇ ਪਰਖਿਆ ਤੇ ਉਹਨਾਂ ਨੇ ਉਸ ਤੇ ਪ੍ਰਚਾਰ ਕੀਤਾ ਤੇ ਬਾਅਦ ਜੋ ਆਪਾਂ ਕਲੀਸਿਆ ਦੇ ਵਿੱਚ ਉਸ ਸਪਿਰਿਟ ਦੇ ਨਾਲ ਡੀਲ ਵੀ ਕੀਤਾ ਕਿ ਨੇਚਰ ਜੋ ਸਪਿਰਿਟ ਉਸ 'ਚ ਕੰਮ ਕਰ ਰਹੀ ਸੀਗੀ ਉਸ ਸਮੇਂ ਉਹਦਾ ਨੇਚਰ ਉਹਦਾ ਸੁਭਾਅ ਕੀ ਸੀਗਾ ਇੱਕ ਜੈਜ਼ੇਬਲ ਸਪਿਰਿਟ ਦਾ ਪਰ ਬਾਅਦ 'ਚ ਆਪਾਂ ਉਹਦੇ ਨਾਲ ਡੀਲ ਕੀਤਾ So all of you know about the Jezebelic spirit. I have taught you, so be careful. Do not become a zakmi, a victim to it. ਤੇ ਤਾਂ ਕਰਕੇ ਮੈਂ ਤੁਹਾਨੂੰ ਇਹਦੇ ਬਾਰੇ ਬਹੁਤ ਸਿਖਾਇਆ ਸਮਝਾਇਆ ਤੇ ਤਾਂ ਕਰਕੇ ਸਤਰਕ ਰਹਿਣਾ ਆਪਾਂ ਸਭ ਨੂੰ ਕਿ ਆਪਾਂ ਇਹਦੇ ਵਿਕਟਿਮ ਨਾ ਬਣ ਜਾਈਏ ਇਹਦੇ ਸ਼ਿਕਾਰ ਨਾ ਬਣ ਜਾਈਏ It's a very controlling spirit, and ideally it works through women but also through men. So we have to be careful. ਤੇ ਜ਼ਿਆਦਾਤਰ ਇਹ ਔਰਤਾਂ ਦੇ ਰਾਹੀਂ ਕੰਮ ਕਰਦੇ ਪਰ ਇਹ ਕਹਿ ਲਓ ਕਿ ਮੈਨ ਨੂੰ ਵੀ ਯੂਜ਼ ਕਰ ਸਕਦੇ ਆ ਤੇ ਬਹੁਤ ਹੀ ਕਹਿ ਲਓ ਕਿ ਕੰਟਰੋਲ ਕਰਨ ਵਾਲੀ ਤੁਹਾਡੇ ਉੱਪਰ ਇੱਕ ਕਬਜ਼ਾ ਕਰਨ ਵਾਲੀ ਰੋਬ ਰੱਖਣ ਵਾਲੀ ਇਸ ਤਰ੍ਹਾਂ ਦੀ ਸਪਿਰਿਟ ਹੁੰਦੀ ਹੈ ਸਭ ਕੁਝ ਅੰਡਰ ਕੰਟਰੋਲ ਕਰਨ ਵਾਲੀ Amen. So we are going now to move on to the gifts of the Father. Hallelujah. ਹੁਣ ਆਪਾਂ ਅੱਗੇ ਜੋ ਗੱਲ ਕਰਨ ਜਾ ਰਹੇ ਉਹ ਦਾ ਗਿਫਟ ਬਾਰੇ Amen. So maybe Sister Ramandeep, now I don't have my list. Ramandeep, Davinder ki Ramandeep, please read Romans 12 verses 6 to 8. ਜੀ ਪਾਸਟਰ ਜੀ ਰੋਮੀਆਂ 12 ਉਹਦੇ ਆਪਾਂ 6 ਤੋਂ 8 ਪੜਾਂਗੇ ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਹੈ ਵੱਖੋ ਵੱਖਰੀਆਂ ਦਾਤਾਂ ਮਿਲੀਆਂ ਫਿਰ ਜੇ ਉਹ ਨਾਬੂਦ ਹੋਣ ਤਾਂ ਆਪਣੀ ਨਿੱਜਾਂ ਦੇ ਸਮਾਨ ਨਾਬੂਦ ਕਰੀਏ ਜੇ ਸੇਵਾ ਹੋਵੇ ਤਾਂ ਆਪਣੀ ਸੇਵਾ ਵਿੱਚ ਰਹੀਏ ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਦਾਨ ਦੇਣ ਵਾਲਾ ਖੁੱਲੇ ਦਿਲ ਦਵੇ ਉਪਕਾਰ ਤਕਦੀਤ ਹੋਵੇ ਦਇਆ ਕਰਨ ਵਾਲਾ ਖੁਸ਼ੀ ਨਾਲ ਦਇਆ ਕਰੇ Amen. Amen. So we start from verse 8 because these are the real gifts of the Father, I believe. So we have got from Jesus, from the Holy Spirit, and from the Father. The first gift is serving. ਹੁਣ ਆਪਾਂ ਕਰਾਂਗੇ Sorry, verse 7, not verse 8, verse 7. We start from verse 7. The gift of serving. ਆਪਾਂ ਹੁਣ ਬਸ ਜੋ 7ਵਾਂ ਵਚਨ ਹੈ ਉਸ ਤੋਂ ਆਪਾਂ ਸ਼ੁਰੂ ਕਰਾਂਗੇ ਤੇ ਹੁਣ ਆਪਾਂ ਉਹਦੀ ਗੱਲ ਕਰਾਂਗੇ ਕਿ ਜੋ ਵਰਦਾਨ ਪਿਤਾ ਦੇ ਔਰ ਤੋਂ ਪਹਿਲਾਂ ਆਪਾਂ ਦੇਖੇ ਕਿ ਜੋ ਪਵਿੱਤਰ ਆਤਮਾ ਦੀ ਤਰਫ ਤੋਂ ਵਰਦਾਨ ਹੈ ਉਸ ਤੋਂ ਪਹਿਲਾਂ ਆਪਾਂ ਦੇਖੇ ਕਿ ਜੋ ਜੀਸਸ ਦੀ ਤਰਫ ਤੋਂ ਵਰਦਾਨ ਹੈ ਪਵਿੱਤਰ ਆਤਮਾ ਦੇ ਵਰਦਾਨ ਤੇ ਹੁਣ ਆਪਾਂ ਦੇਖਾਂਗੇ ਪਿਤਾ ਦੇ ਵਰਦਾਨ Now some are natural in serving.
You don't need to tell them, they just serve. ਕੁਛ ਕੀ ਇਹ ਆਪਾਂ ਉਸ ਵਰਦਾਨ ਦੀ ਗੱਲ ਕਰ ਰਹੇ ਕਿ ਸੇਵਾ ਕਰਨ ਵਾਲਾ ਇੱਕ ਐਸਾ ਮਨ ਹੋਣਾ ਉਹ ਵਰਦਾਨ ਤੇ ਕੁਛ ਇੱਕ ਹੁੰਦੇ ਕਿ ਜਿਨ੍ਹਾਂ ਨੂੰ ਆਪਣੇ ਆਪ ਜਿਹਨੂੰ ਸਿਖਾਇਆ ਨਹੀਂ ਜਾਂਦਾ ਪਰ ਜਿਨ੍ਹਾਂ ਨੂੰ ਅੰਦਰੋਂ ਸੇਵਾ ਕਰਨ ਦੀ ਕਹਿ ਲਓ ਕਿ ਇੱਛਾ ਹੁੰਦੀ ਹੈ ਸ਼ੌਕ ਹੁੰਦਾ ਹੈ Now, please don't misunderstand me. If you are, don't try to be clever and say, "Oh, I don't have the gift, so I don't need to serve." All right? ਜ਼ਿਆਦਾ ਐਵੇਂ ਨਹੀਂ ਆਪਾਂ ਕਰਨਾ ਕਿ ਆਪਾਂ ਜ਼ਿਆਦਾ ਚੰਟ ਬਣੀਏ ਕਿ ਮੇਰੇ ਕੋਲ ਕਿਉਂਕਿ ਇਹ ਵਾਲਾ ਗਿਫਟ ਨਹੀਂ ਹੈ ਤੇ ਮੈਂ ਨਹੀਂ ਕਰ ਸਕਦੀ ਦੂਸਰਿਆਂ ਦੀ ਸੇਵਾ We all as Christians, we are called to serve each other. Okay? ਤੇ ਆਪਾਂ ਕਿਉਂਕਿ ਸਾਰੇ ਮਸੀਹ ਦੇ ਹੋਣ ਦੇ ਨਾਤੇ ਆਪਣਾ ਸਭ ਦੇ ਇਹ ਲੋੜ ਹੈ ਕਿ ਆਪਾਂ ਸੇਵਾ ਭਾਵ ਰੱਖੀਏ But you would have some people who are just natural servants. They'll just love to serve you. That is just their thing. ਤੇ ਪਰ ਤੁਸੀਂ ਕੁਝ ਐਵੇਂ ਦੇਖਿਆ ਕਿ ਕੁਝ ਲੋਕ ਹੁੰਦੇ ਜਿਨ੍ਹਾਂ ਨੂੰ ਨੈਚੁਰਲੀ ਅੰਦਰੋਂ ਹੀ ਉਹਨਾਂ ਨੂੰ ਸੇਵਾ ਕਰਨ ਦਾ ਸ਼ੌਕ ਹੁੰਦਾ ਹੈ ਕਹ ਲੋ ਕਿ ਆਦਤ ਹੁੰਦੀ ਹੈ ਉਹ ਆਪਣੇ ਆਪ ਹੀ ਕਰਨ ਲੱਗ ਜਾਂਦੇ You don't need to tell them. They will just do it, and they take joy in doing that. They don't do it with a sad face or attitude. They just want to serve you. ਤੇ ਕੁਝ ਹੁੰਦੇ ਕਿ ਜੋ ਬਿਨਾਂ ਕਹੇ ਬਿਨਾਂ ਪੁੱਛੇ ਹੀ ਉਹ ਕਰਨ ਲੱਗ ਜਾਂਦੇ ਆ ਕਿ ਉਹਨਾਂ ਨੂੰ ਇਸ ਤਰੀਕੇ ਦਾ ਕਹਿ ਲੋ ਕਿ ਅੰਦਰੋਂ ਹੀ ਉਹਨਾਂ ਦੇ ਭਾਵ ਹੁੰਦਾ ਹੈ ਕਰਨ ਦਾ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ What example can I give you? There's so many examples I can give you. Maybe somebody just wants to cook food and bring, for somebody, or want to give a lift. They just want to serve. They want to make themselves available, or they might offer you some money. That's also a service. They just want to be available for the people of God, or for even non-believers. ਆਪਣੇ ਆਪ ਅੰਦਰੋਂ ਕਰਨਾ ਚਾਹੁੰਦੇ ਆ ਜਾਂ ਫਿਰ ਮੰਨ ਲਓ ਕਿ ਆਪਾਂ ਕਿੱਥੇ ਜਾ ਰਹੇ ਤੇ ਆਪਾਂ ਨੂੰ ਲਿਫਟ ਦੇ ਦਿੰਦੇ ਆ ਲੈ ਕੇ ਜਾਂਦੇ ਇੱਕ ਥਾਂ ਤੋਂ ਦੂਸਰੇ ਤੱਕ ਜਾਂ ਫਿਰ ਫੂਡ ਦੇ ਵਿੱਚ ਹੈਲਪ ਕਰਦੇ ਕੁਕਿੰਗ ਦੇ ਵਿੱਚ ਹੈਲਪ ਕਰਦੇ ਆਪਣੇ ਆਪ ਕਿਉਂਕਿ ਉਹਨਾਂ ਦਾ ਮਨ ਹੁੰਦਾ ਇਸ ਤਰੀਕੇ ਅੰਦਰੋਂ Okay, and then there is a gift of teaching. I know there is a gift of the Lord Jesus Christ as teacher for the church, but this is the gift I believe which is a non-practical teaching gift. ਤੇ ਇੱਥੇ ਫਿਰ ਅੱਗੇ ਲਿਖਿਆ ਹੈ ਕਿ ਸਿਖਾਉਣ ਵਾਲੇ ਇੱਕ ਹੀ ਵਰਦਾਨ In practical teaching, not non-practical, practical teaching. ਤੇ ਇੱਥੇ ਕੀ ਹੈ ਜੋ ਇੱਕ ਸਿਖਾਉਣ ਵਾਲਾ ਜੋ ਵਰਦਾਨ ਲਿਖਿਆ ਹੈ ਤੇ ਆਪਾਂ ਨੂੰ ਪਤਾ ਹੈ ਕਿ ਜੀਸਸ ਦੇ ਉੱਪਰ ਵੀ ਜੀਸਸ ਚ ਤੇ ਜੀਸਸ ਨੇ ਉਸ ਵਰਦਾਨ ਬਾਰੇ ਵੀ ਆਪਾਂ ਨੂੰ ਦੱਸਿਆ ਕਿ ਇੱਕ ਸਿਖਾਉਣ ਵਾਲਾ ਜੋ ਟੀਚਿੰਗ ਵਾਲਾ ਵਰਦਾਨ ਹੈ ਪਰ ਇੱਥੇ ਜੋ ਆਪਾਂ ਗੱਲ ਕਰੇ ਕਿ ਵਿਵਹਾਰਿਕ ਗੱਲਾਂ ਦੀ ਜੋ ਸਿੰਪਲ ਚੀਜ਼ਾਂ Maybe for example, like somebody like Akash, he would like to teach you how to operate the sound system. Somebody like Sunny, he might want to teach you how to operate a laptop. Somebody else might teach you how to do maybe cooking. These are just practical gifts, not spiritual gifts, but still it is a gift, I believe, as it is mentioned here. ਪਾਸੇ ਦੱਸਿਆ ਕਿ ਉਸ ਵਰਦਾਨ ਦੇ ਥੋੜਾ ਜਿਹਾ ਅਲੱਗ ਹੈ ਕਿ ਇੱਥੇ ਪ੍ਰੈਕਟੀਕਲ ਚੀਜ਼ਾਂ ਦੇ ਵਰਦਾਨ ਦੇ ਬਾਰੇ ਵੀ ਗੱਲ ਹੋ ਰਹੀ ਹੈ ਕਿ ਉਹਨੂੰ ਸਿਖਾਉਣ ਦੇ ਬਾਰੇ ਕਿ ਮੰਨ ਲਓ ਕਿ ਜਿਵੇਂ ਆਕਾਸ਼ ਤਨੀ ਹੈਗੇ ਉਹਨਾਂ ਨੂੰ ਨੌਲੇਜ ਹੈ ਕਿ ਉਹ ਕਿਸੇ ਨੂੰ ਸਿਸਟਮਸ ਦੇ ਬਾਰੇ ਸਿਖਾ ਸਕਦੇ ਆ ਲੈਪਟਾਪ ਦੇ ਬਾਰੇ ਸਿਖਾ ਸਕਦੇ ਆ ਕੋਈ ਕੁਕਿੰਗ ਦੇ ਵਿੱਚ ਆਪਣੀ ਜੋ ਸਿਸਟਰ ਹੈ ਉਹ ਕਿਸੇ ਨੂੰ ਉਸ ਚ ਸਿਖਾ ਉਹ ਇੱਕ ਦੂਸਰਾ ਪ੍ਰੈਕਟੀਕਲ ਚੀਜ਼ਾਂ ਸਿਖਾਉਣ ਦਾ ਵਰਦਾਨ So we can have a lot of examples, but I don't want to waste time. But this is a gift, and I believe used for practical aspects of life. ਮੈਂ ਵਿਸ਼ਵਾਸ ਇਸ ਤੇ ਆਪਾਂ ਜ਼ਿਆਦਾ ਸਮਾਂ ਨਹੀਂ ਲਗਾਵਾਂਗੇ ਪਰ ਮੈਂ ਵਿਸ਼ਵਾਸ ਕਰਦਾ ਕਿ ਇਹ ਵੀ ਇੱਕ ਵਰਦਾਨ ਹੈ ਜੋ ਕਿ ਕਿਸੇ ਨੂੰ ਪ੍ਰੈਕਟੀਕਲ ਚੀਜ਼ਾਂ ਸਿਖਾਉਣ ਦੇ ਵਿੱਚ ਵੀ ਜੋ Then we move on to the gift of encouragement. We have encouragers in our church. Hallelujah. ਤੇ ਹੁਣ ਆਪਾਂ ਜਾਵਾਂਗੇ ਜਿਹੜਾ ਪ੍ਰੋਤਸਾਹਨ ਕਰਨ ਦੇਣ ਵਾਲੇ ਜੋ ਕਰਨ ਵਾਲੇ ਲੋਕ ਉਹਨਾਂ ਦਾ ਵਰਦਾਨ Now, as leaders, we all should be encouragers. ਤੇ ਇੱਕ ਕਲੀਸਿਆ ਦੇ ਅਗੁਵੇ ਹੋਣ ਦੇ ਨਾਤੇ ਆਪਾਂ ਨੂੰ ਕੀ ਸਭ ਇੱਕ ਪ੍ਰੋਤਸਾਹਿਤ ਕਰਨ ਵਾਲਾ ਹੋਣਾ ਚਾਹੀਦਾ ਦੂਜਿਆਂ ਨੂੰ ਅੱਗੇ encourage ਕਰਨ But there are people specially gifted who are amazing encouragers, who will lift you up, who will just say, "Come on, man, let's do it. Come on, pick up, don't cry, don't be sad." And I don't know if you think of me like that. I think I have the gift of encouragement. I'm always trying to encourage people, so maybe you can judge me. ਪਰ ਕੁਝ ਇੱਕ ਆਪਣੇ ਵਿੱਚ ਐਵੇਂ ਜਿਨ੍ਹਾਂ ਦੇ ਵਿੱਚ ਕਿ ਆਪਾਂ ਦੇਖ ਸਕਦੇ ਕਿ ਐਸਾ ਵਰਦਾਨ ਹੈ ਕਿ ਜੋ ਮੰਨ ਲਓ ਕੋਈ ਉਦਾਸ ਵੀ ਹੈ ਕੋਈ ਨਿਰਾਸ਼ ਵੀ ਹੋ ਰਿਹਾ ਤਾਂ ਉਹਨੂੰ ਕਹਿ ਸਕਦੇ ਕਿ ਚਲੋ ਆਪਾਂ ਕਰ ਸਕਦੇ ਤੂੰ ਉਦਾਸ ਨਾ ਤੂੰ ਨਿਰਾਸ਼ ਨਾ ਇੱਕ ਵਾਰੀ ਫਿਰ ਕਰਕੇ ਦੇਖਦੇ ਆ ਤੇ ਆਪਾਂ ਦੇਖਦੇ ਆ ਕਿ ਪਾਸਟਰ ਜੀ ਕਹਿ ਰਹੇ ਕਿ ਕੁਝ ਐਸਾ ਆ ਵਾਲਾ ਵਰਦਾਨ ਐਨਕਰੇਜ ਕਰਨ ਵਾਲਾ ਵਧਾਵਾ ਦੇਣ ਵਾਲਾ ਵਰਦਾਨ ਤੁਸੀਂ ਮੇਰੇ ਅੰਦਰ ਦੇਖਿਆ ਹੋਵੇਗਾ These people are more positive. They're looking forward to life. They are not sad. They are not mourners. They don't mourn, but they encourage. And when people are around them, people feel great about this type of people.
and I hope you all are like that. ਇਹ ਉਸ ਦੀ ਗੱਲ ਹੋ ਕਿ ਜਦੋਂ ਐਸੇ ਲੋਕੀ ਆਪਾਂ ਉਹਨਾਂ ਦੇ ਆਲੇ ਦੁਆਲੇ ਹੁੰਨੇ ਆ ਤੇ ਉਹ ਕੀ ਹੈ ਉਹਨਾਂ ਨੂੰ ਮੀਨਸ ਉਸ ਮਾਹੌਲ ਦੇ ਵਿੱਚ ਉਹ ਇੱਕ ਖੁਸ਼ੀ ਇੱਕ ਕਹ ਲੋ ਕਿ ਇੱਕ ਪ੍ਰੋਤਸਾਹਨ ਦਿੰਦੇ ਆ ਐਨਕਰੇਜ ਕਰਦੇ ਆ ਜੇ ਮੰਨ ਲਓ ਕੋਈ ਉਦਾਸ ਹੈ ਕੋਈ ਨਿਰਾਸ਼ ਹੈ ਉਹਨੂੰ ਅੱਗੇ ਲੈ ਕੇ ਜਾਣ ਦੇ ਲਈ ਤੇ ਇਸ ਤਰ੍ਹਾਂ ਨਹੀਂ ਕਿ ਉਹਨਾਂ ਦਾ ਮੀਨਸ ਉਹਨਾਂ ਦੇ ਨਾਲ ਰਹਿ ਕੇ ਮਨ ਉਦਾਸ ਹੁੰਦਾ ਜਾਂ ਫਿਰ ਮੋਨਰਸ ਤੇ ਉਹ ਰੋਣ ਵਾਲੇ ਆ ਇਸ ਤਰੀਕੇ ਦੇ ਨਹੀਂ ਹੁੰਦੇ Pastor Vicky and Pastor Daigo has this gift, I think. ਤੇ ਪਾਸਟਰ ਡਿਆਗੋ ਤੇ ਪਾਸਟਰ ਵਿੱਕੀ ਮੈਂ ਸੋਚਦਾ ਕਿ ਉਹਨਾਂ ਦੇ ਕੋਲ ਇਹ ਵਾਲਾ ਵਰਦਾਨ ਹੈ Amen. ਐਨਕਰੇਜ ਕਰਨਾ Next gift is to give, giving gift. ਤੇ ਅਗਲਾ ਵਰਦਾਨ ਹੈ ਜੋ ਅਜੇ ਜੀ ਲਿਖਿਆ ਉਹ ਹੈ ਕਿ ਦਾਨ ਦੇਣਾ ਦਾਨ ਦੇਣ ਦਾ ਵਰਦਾਨ Not only dan, but it can be giving lots of things. We all have to be givers, and there is no excuse not to give. Okay, you can give your time, you can give your energy to somebody. You can give a lot of things. You can give maybe money. Not lending but giving. All right. So that is also included. So you can do a lot of things, and some are naturally born with this gift. ਤੇ ਕੁਛ ਕੀ ਹੈ ਕਿ ਹੁਣ ਆਪਾਂ ਜੋ ਗੱਲ ਕਰ ਰਹੇ ਕਿ ਇੱਕ ਦੇਣਾ ਦਾਨ ਦਾ ਵਰਦਾਨ ਉਹ ਸਿਰਫ ਉਸੇ ਦਾਨ ਨੂੰ ਨਹੀਂ ਕਿ ਕੁਛ ਦਾਨ ਹੀ ਹੈ ਮਤਲਬ ਕੁਛ ਵੀ ਹੋ ਸਕਦਾ ਹੈ ਉਹ ਸਮੇਂ ਨੂੰ ਦੇਣਾ ਕਿਸੇ ਨੂੰ ਸਮਾਂ ਦੇਣਾ ਕਿਸੇ ਦੇ ਲਈ ਸਮਾਂ ਨਿਕਾਲਣਾ ਪੈਸੇ ਦੇਣਾ ਜਾਂ ਫਿਰ ਐਵੇਂ ਨਹੀਂ ਕਿ ਉਧਾਰ ਦੀ ਗੱਲ ਨਹੀਂ ਹੋ ਰਹੀ ਹੈ ਬਟ ਕਿ ਦਿਲੋਂ ਦੇਣਾ ਆਪ ਨੂੰ ਅੰਦਰੋਂ ਆਏਗਾ ਕਿ ਮੈਂ ਇੱਥੇ ਮੈਂ ਕੁਝ ਦੇਣਾ ਚਾਹਨਾ ਠੀਕ ਹੈ Sally has this gift. She always gives gifts to people, to my children, to Pastor Jackie, to my wife. She take her back to London, gifts for the children, always something or the other she gives. सिस्टर सैली ਦੇ ਅੰਦਰ ਇਹ ਵਾਲਾ ਵਰਦਾਨ ਹੈ ਕਿ ਉਹ ਹਮੇਸ਼ਾ ਕੁਝ ਨਾ ਕੁਝ ਮੀਨਸ ਕੋਈ ਬੈਗ ਜਾਂ ਫਿਰ ਕੋਈ ਚੀਜ਼ ਕਿ ਬੱਚਿਆਂ ਦੇ ਲਈ ਪਾਸਟਰ ਜੀ ਦੇ ਕੁਝ ਵੀ ਉਹ ਕੁਝ ਨਾ ਕੁਝ ਦੇਣਾ ਪਸੰਦ ਕਰਦੀ ਹੈ Amen. So God bless Sally. Hallelujah. The Pali Medko people, Sonu and Rani, when I am there, they always come with food, always giving food. They are givers. They want to give. ਤੇ ਸੋਨੂ ਤੇ ਜੋ ਰਾਣੀ ਜੋ ਆਪਣੀ ਕਲੀਸਿਆ ਦੇ ਵਿੱਚ ਹੈਗੇ ਆ ਕਿ ਉਹਨਾਂ ਦਾ ਵੀ ਇੱਕ ਆਪਾਂ ਦੇਖ ਸਕਦੇ ਉਹਨਾਂ ਦੇ ਵਿੱਚ ਵਰਦਾਨ ਹੈਗਾ ਇੱਕ ਦਾਨ ਗਿਵਿੰਗ ਵਾਲਾ ਦੇਣ ਵਾਲਾ ਕਿ ਜਦੋਂ ਵੀ ਮੈਂ ਉਹਨਾਂ ਕੇ ਫੂਡ ਲੈ ਕੇ ਤਰ੍ਹਾਂ ਦੇ ਕੁਝ ਬਣਾ ਕੇ ਆਪਣੇ ਆਪ ਤੋਂ ਆਪਣੀ ਇੱਛਾ ਤੋਂ ਉਹ ਲੈ ਕੇ ਆਉਂਦੀ ਹੈ Amen. Aman Raman, they also bring food, I think, many times, or cook food or whatever. There's a gift of giving in many people here. Hallelujah. ਅਮਨ ਰਮਨ ਵੀ ਉਹ ਵੀ ਉਹਨਾਂ ਦੇ ਵਿੱਚ ਵੀ ਇਹ ਵਰਦਾਨ ਹੈ ਤੇ ਬਹੁਤਿਆਂ ਦੇ ਵਿੱਚ ਇਹ ਵਰਦਾਨ ਹੈਗਾ ਮੈਂ ਵਿਸ਼ਵਾਸ ਕਰਦਾ Golgappe. Hallelujah. We move on to the next one. Overseeing. ਆਪਾਂ ਹੁਣ ਅਗਲੇ ਵਰਦਾਨ ਦੇ ਉੱਪਰ ਚੱਲਾਂਗੇ ਕਿ ਓਵਰਸੀਇੰਗ ਕਿ ਦੂਰਦਰਸ਼ੀ ਹੋਣਾ So this might not be only for spiritual things. ਤੇ ਇਹ ਜ਼ਰੂਰੀ ਨਹੀਂ ਕਿ ਸਿਰਫ ਆਤਮਿਕ ਚੀਜ਼ਾਂ ਦੇ ਲਈ ਹੀ ਹੈ But it could be like managers for non-spiritual things. ਤੇ ਇਹ ਹੋ ਸਕਦਾ ਹੈ ਵਰਦਾਨ ਉਹਦੇ ਵਿੱਚ ਵੀ ਕਿ ਜੋ ਨਾਨ ਸਪਿਰਚੁਅਲ ਜੋ ਆਤਮਿਕ ਚੀਜ਼ਾਂ ਨਹੀਂ ਨੇ ਉਹਨਾਂ ਦਾ ਵੀ ਦੇਖ ਰੇਖ ਕਿਵੇਂ ਕਰਨੀ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ Organizing beach trips, overseeing the beach trip, organizing cars to go to Palimetko, organizing cars to go to Athino, overseeing things, organizing the food for Sunday. There is some people just have that gift, and I have this gift in me. ਤੇ ਐਸਾ ਵਰਦਾਨ ਜੋ ਕਿ ਮੰਨ ਲਓ ਕਿ ਆਪਾਂ ਕਿਤੇ ਟ੍ਰਿਪ ਤੇ ਜਾ ਰਹੇ ਹਾਂ ਜਾਂ ਫਿਰ ਕਲੀਸੀਆ ਟ੍ਰਿਪ ਤੇ ਜਾ ਰਹੇ ਉਹਨਾਂ ਨੂੰ ਲੈ ਕੇ ਕਿਵੇਂ ਜਾਣਾ ਹੈ ਸਾਰੀ ਦੇਖ ਰੇਖ ਸਾਰੀ ਅਰੇਂਜਮੈਂਟਸ ਕਿਵੇਂ ਕਰਨੀ ਹੈ ਜੇ ਕੁਕਿੰਗ ਹੈ ਤੇ ਉਹਦੇ ਲਈ ਫੂਡ ਦਾ ਅਰੇਂਜਮੈਂਟ ਸਭ ਕੁਝ ਉਹ ਕਿਵੇਂ ਕਰਨਾ ਹੈ ਇਸ ਚੀਜ਼ਾਂ ਦੇ ਲਈ ਵੀ ਕਿ ਜੋ ਇੱਕ ਨਾਨ ਸਪਿਰਚੁਅਲ ਚੀਜ਼ਾਂ ਨੇ ਉਹਨਾਂ ਦੀ ਦੇਖ ਰੇਖ ਕਰਨਾ ਤੇ ਪਾਸਟਰ ਜੀ ਦੇ ਅੰਦਰ ਵੀ ਇਹ ਵਰਦਾਨ ਹੈ Davinder has this very strongly. ਦਵਿੰਦਰ ਦੇ ਕੋਲ ਵੀ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ Yeah, he operates this gift in this gift very, very strongly because I ask him to do a lot of things and he does it. Aman Kumar as well is growing now into this gift as well. Hallelujah. ਤੇ ਅਮਨ brother ਵੀ ਉਹ ਵੀ grow ਕਰ ਰਹੇ ਇਸ ਚ ਤੇ brother ਚ ਬਹੁਤ strongly Amen. So there are people who are natural managers, overseers. You tell them something, they will just get the things done. I don't have to call again, or somebody doesn't need to bother them. They will just do it. You tell them once, that's it, job done. ਇਹ ਵਾਲਾ ਵਰਦਾਨ ਕਹਿ ਲੋ ਕਿ ਇੱਕ ਬੜੇ ਹੀ ਪਾਵਰਫੁਲ ਤਰੀਕੇ ਨਾਲ ਕਈਆਂ ਦੇ ਵਿੱਚ ਕੰਮ ਕਰਦਾ ਹੈ ਕਿ ਕਈ ਬਸ ਇੰਨੇ ਕਿ ਜੇ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਹੈ ਕਿ ਇਹ ਚੀਜ਼ ਕਰਨੀ ਹੈ ਕਿ ਇਹ ਚੀਜ਼ ਪੂਰੀ ਕਰਕੇ ਰੱਖਣੀ ਹੈ ਉਹ ਉਹਨੂੰ ਕਰ ਦੇਣਗੇ ਉਹਦੀ ਦੇਖਰੇਖ ਪੂਰੀ ਚੰਗੀ ਤਰ੍ਹਾਂ ਕਰਨਗੇ ਪੂਰਾ Amen. Then we move I'm finishing soon. We move on to mercy gift.
ਤੇ ਹੁਣ ਆਪਾਂ ਜਾਵਾਂਗੇ ਦਇਆ ਦੇ ਵਰਦਾਨ ਦੇ ਉੱਪਰ। Now Mercy. we are all called to show mercy, ਹੁਣ ਆਪਾਂ ਸਾਰੇ ਬੁਲਾਏ ਗਏ ਹਾਂ ਦਇਆ ਦੇ ਲਈ, ਦਇਆ ਦਿਖਾਉਣ ਦੇ ਲਈ, ਦਇਆ but there ਕਰਨ are ਦੇ ਲਈ। some people who excel in this. ਪਰ ਕੁਝ ਲੋਕ ਜੋ ਕਿ ਇਹਦੇ ਵਿੱਚ ਬਹੁਤ ਅੱਗੇ ਵਧਦੇ ਹੈ। Amen. Like maybe serving the homeless people, serving the orphans, serving the widows, serving the poor, serving the fatherless, serving the prisoners. Mercy ministries, we can call them. ਤੇ ਆਪਾਂ ਉਹਨਾਂ ਨੂੰ ਕਹਿ ਸਕਦੇ ਇੱਕ ਦਇਆ ਭਾਵ ਦੀ ਸੇਵਕਾਈ ਵੀ ਕਹਿ ਸਕਦੇ ਹਾਂ, ਜਿਹਦੇ ਵਿੱਚ ਕਿ ਜਿਵੇਂ ਪਾਸਟਰ ਜੀ ਨੇ ਦੱਸਿਆ ਕਿ ਉਹ ਲੋਕੀ ਜਿਵੇਂ ਔਰਫਨੇਜ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਗਏ, ਜੋ ਉਹਨਾਂ ਦੇ ਕੋਲ ਜਾਂਦੇ ਆ ਹਸਪੀਟਲਸ ਦੇ ਵਿੱਚ ਸੇਵਾ ਕਰਨ ਦੇ ਲਈ ਤੇ ਉਹਨਾਂ ਦੀ ਚੰਗਿਆਈ ਦੇ ਲਈ ਪ੍ਰਾਰਥਨਾ ਕਰਨ, ਐਸੀ ਕਿ ਕਈ ਥਾਵਾਂ ਤੇ ਉਹ ਜਾਂਦੇ ਆ ਬਚਨ ਨੂੰ ਲੈ ਕੇ ਸੇਵਕਾਈ ਦੇ ਲਈ। Amen. Amen. Verse 13. Can somebody read verse 13 of Romans 12? Anybody, whoever finds it, read it, please. We are finishing. I don't want to keep you long. पवित्र लोगों को जो कुछ आवश्यक हो उसमें उनकी सहायता करो, पहुनाई करने में लगे रहो। So there is a gift of hospitality. It's called hospitality in English. ਤੇ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਿਹਾ ਗਿਆ? ਆਪ ਭਗਤ ਕਰਨਾ, ਹਸਪਿਟੈਲਿਟੀ ਦਾ ਵਰਦਾਨ ਕਿਹਾ ਗਿਆ। Like cooking meals for people, opening homes and inviting people to stay, or you know, the Lydia was a hospitable woman in the Bible. ਬਾਈਬਲ ਦੇ ਵਿੱਚ ਉਹ ਲੀਡੀਆ ਦੇ ਬਾਰੇ ਲਿਖਿਆ ਹੋਇਆ ਕਿ ਉਹ ਬੜੀ ਹੀ ਆਪ ਭਗਤ ਕਰਨ ਵਾਲੀ ਔਰਤ ਸੀਗੀ, ਕਿ ਜਿਵੇਂ ਪਾਸਟਰ ਨੇ ਦੱਸਿਆ ਕਿ ਉਹ ਚਾਹੇ ਕੁਕਿੰਗ ਦਾ ਹੋਏ, ਕੋਈ ਆਪਣਾ ਘਰ ਖੋਲਦੇ ਆ ਕਿ ਪਾਸਟਰ ਜੀ ਮੇਰੇ ਘਰ ਆਓ, ਇਨਵੀਟੇਸ਼ਨਸ ਦਿੰਦੇ ਆ, ਤੇ ਇਸ ਤਰੀਕੇ ਦੀ ਹਸਪਿਟੈਲਿਟੀ ਸੇਵਾ ਕਰਨ ਵਾਲਾ। Amen. Amen. So I don't want to teach a lot on this thing, but I want to mention this. There are three more things or four more things. 1 Corinthians 12:28 will be our last reading. No, there is another short reading as well. Can somebody read 1 Corinthians 12:28? ਅਤੇ ਕਲੀਸਿਆ ਵਿੱਚ ਪਰਮੇਸ਼ਵਰ ਨੇ ਕਈਆਂ ਨੂੰ ਥਾਪਿਆ ਹੋਇਆ ਹੈ, ਪਹਿਲਾ ਰਸੂਲਾਂ ਨੂੰ, ਦੂਸਰੇ ਨਬੀਆਂ ਨੂੰ, ਔਰ ਤੀਸਰੇ ਉਪਦੇਸ਼ ਕਰਨ ਵਾਲਿਆਂ ਨੂੰ, ਔਰ ਫਿਰ ਕਰਾਮਾਤੀਆਂ ਨੂੰ ਅਤੇ ਨਰੋਏ ਕਰਨ ਵਾਲੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ। Amen. So we are going to touch on the things that we have not yet mentioned. Gift of helping. ਤੇ ਆਪਾਂ ਸਿਰਫ ਉਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਵਾਂਗੇ ਜਿਹੜੀ ਹਾਲੇ ਆਪਾਂ ਨਹੀਂ ਕੀਤੀਆਂ, ਕਿ ਇੱਕ ਮਦਦ ਕਰਨ ਵਾਲਾ ਵਰਦਾਨ। Somebody who just like to help all the time, just naturally in them. It is very close to serving as well. Helping people, helping. Also Sally has this gift, I think. She's been helping a lot of Punjabis. ਤੇ ਐਸਾ ਇੱਕ ਵਰਦਾਨ ਜਿਹਦੇ ਵਿੱਚ ਇੱਕ ਬੰਦੇ ਦਾ ਸੁਭਾਅ ਹੁੰਦਾ ਹੈ, ਸੁਭਾਅ ਦੇ ਕਾਰਨ ਕਿ ਉਹ ਮਦਦਗਾਰ ਹੁੰਦਾ ਹੈ, ਉਹ ਅੰਦਰੋਂ ਕਿਸੇ ਦੀ ਮਦਦ ਕਰਨਾ ਚਾਹੁੰਦਾ ਹੈ, ਜਿਵੇਂ ਸੈਲੀ ਦੇ ਵਿੱਚ ਉਹ ਵਰਦਾਨ ਕੰਮ ਕਰਦਾ ਹੈ ਕਿ ਉਹ ਦਿਲੋਂ ਚਾਹੁੰਦੀ ਹੈ ਕਿਸੇ ਦੀ ਮਦਦ ਕਰਨਾ। And these are not sometimes in the spiritual context, they might not be people who will take the main roles to do things, but they will say, oh, I want to help you. For example, they will like to help in the kitchen. They might want to help with the sound system. They might say, okay, I will drive to Palimetko, whatever. So people just want to help. So different types of helping platforms. ਇਸ ਘਰ ਦੇ ਉੱਪਰ ਕਿਸੇ ਵੀ ਕਹਿ ਲੋ ਕਿ ਉਹਦੇ ਵਿੱਚ ਹੈਲਪ ਉਸ ਜ਼ਰੂਰੀ ਨਹੀਂ ਹੈ ਕਿ ਉਹ ਮੇਨ ਰੋਲ ਜਾਂ ਫਿਰ ਮੇਨ ਇੱਕ ਲੀਡ ਰੋਲ ਦੇ ਵਿੱਚ ਹੀ ਹੋਏਗੀ, ਉਹ ਹੈਲਪ ਕਰਨੀ ਜਾਂ ਫਿਰ ਦੂਸਰਿਆਂ ਨੂੰ ਦੱਸਣਾ। ਹੋ ਸਕਦਾ ਕੋਈ ਛੋਟੇ ਕੰਮਾਂ ਦੇ ਲਈ, ਜੇ ਕੁਕਿੰਗ ਹੋ ਗਿਆ ਜਾਂ ਫਿਰ ਕਿਸੇ ਨੂੰ ਡ੍ਰੌਪ ਕਰਨਾ, ਕਿਸੇ ਨੂੰ ਪਿਕ ਕਰਨ ਲਈ ਜਾਣਾ, ਇਹ ਸਭ ਛੋਟੀਆਂ ਚੀਜ਼ਾਂ ਵੀ ਕਹਿ ਲੋ ਇਸ ਵਰਦਾਨ ਦੇ ਵਿੱਚ ਹੈ। Then we move on to the gift of administration, administrators. ਤੇ ਹੁਣ ਆਪਾਂ ਜਾਵਾਂਗੇ ਉਸ ਵਰਦਾਨ ਦੇ ਉੱਪਰ ਜਿਹਦਾ ਕਹਿ ਲੋ ਕਿ ਇੱਕ ਪ੍ਰਬੰਧ ਕਰਨ ਵਾਲੇ, ਜੋ ਪ੍ਰਸ਼ਾਸਕ ਹੁੰਦੇ ਜਾਂ ਫਿਰ ਪ੍ਰਬੰਧ ਕਰਦੇ ਹਰ ਚੀਜ਼ ਨੂੰ ਆਰਗੇਨਾਈਜ਼ ਕਰਦੇ, ਉਹ ਗਿਫਟ ਵਰਦਾਨ। Now I know many of you are not quite good in this. You struggle in this to keep your records, keep your file, keep your attendance and everything. I know, but you are learning. ਹਾਲਾਂਕਿ ਮੈਂ ਜਾਣਦਾ ਕਿ ਆਪਣੇ ਸਾਰੇ ਵਿੱਚੋਂ ਮੀਨਸ ਆਪਾਂ ਸਾਰੇ ਪਰਫੈਕਟ ਨਹੀਂ ਹੈ ਇਸ ਕੋਈ ਵੀ ਇਸ ਗਿਫਟ ਦੇ ਵਿੱਚ, ਪਰ ਆਪਾਂ ਸਿੱਖ ਰਹੇ ਹਾਂ ਕਿ ਜਿਵੇਂ ਫਾਈਲਸ ਤੇ ਆਪਣੀ ਅਟੈਂਡੈਂਸ ਪੂਰੀ ਰੱਖਣੀ ਤੇ ਹਰ ਚੀਜ਼ ਦੇ ਵਿੱਚ ਪੂਰਾ ਫਿੱਟ ਆਣਾ, ਹਾਲੇ ਹੈ ਨਹੀਂ, ਪਰ ਆਪਾਂ ਸਿੱਖ ਰਹੇ ਹਾਂ। But there are some people naturally gifted to do these things. ਪਰ ਕੁਝ ਹੈਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸੁਭਾਅ ਦੇ ਵਿੱਚ ਹੀ ਇਸ ਤਰੀਕੇ ਹੈਗਾ ਕਿ ਇਸ ਚੀਜ਼ ਨੂੰ ਕਰਨਾ। Record keeping, maintaining of certain studies, and probably
you will see in me that I don't have a strong gift in admin, but I like to do admin nicely. And probably you have seen me, I write things down. Everything is sort of well organized. When I come to Cyprus, I've got a lot of things, and you see me there. I stay in the room. I've made a cabinet in the room. Everything I've given Davinder, all the files. We have put everything nicely. So this is admin. ਇਸ ਚੀਜ਼ ਨੂੰ ਕਹਿ ਲਓ ਕਿ ਇੱਕ ਜੋ ਪ੍ਰਬੰਧਕ ਹੁੰਦਾ ਉਹਦਾ ਕੰਮ ਕਿਵੇਂ ਕਿ ਹਰ ਚੀਜ਼ ਨੂੰ ਇੱਕ ਆਰਗੇਨਾਈਜ਼ ਕਰਕੇ ਰੱਖਣਾ, ਇੱਕ ਆਰਡਰ ਦੇ ਵਿੱਚ ਰੱਖਣਾ, ਕਿ ਉਹਦੇ ਲਈ ਫਾਈਲਸ ਹੈਗੀ ਹੈ, ਹਰ ਚੀਜ਼ ਦੀ ਡਿਟੇਲਸ ਹੈ, ਹਰ ਚੀਜ਼ ਕਹਿ ਲਓ ਜਿਵੇਂ ਪਾਸਟਰ ਜੀ ਨੇ ਕਿਹਾ ਕਿ ਜਦੋਂ ਆਂਦੇ ਇੱਥੇ ਉਸ ਤੋਂ ਪਹਿਲਾਂ ਉਹ ਪੂਰਾ ਇੱਕ ਪਲਾਨ ਕਹਿ ਲਓ ਬਣਾ ਕੇ ਆਂਦੇ, ਆਰਗੇਨਾਈਜ਼ ਸਕੇਡਿਊਲਸ, ਫਾਈਲਸ, ਸਭ ਕੁਝ ਇੱਕ ਆਰਗੇਨਾਈਜ਼ ਹੁੰਦਾ ਹੈ। ਤੇ ਉੱਥੇ ਵੀ ਫਾਈਲਸ ਹੈਗੀ ਹੈ ਜੋ ਦਵਿੰਦਰ ਨੂੰ ਪਤਾ ਹੈ ਕਿ ਹਰ ਚੀਜ਼ ਦੀ ਇੱਕ ਫਾਈਲ ਹੈ ਕਿ ਇਸ ਟਾਈਮ ਆ ਕੇ ਇਹ ਕਰਨਾ ਹੈ, ਤੇ ਉਸ ਚੀਜ਼ ਦੇ ਵਿੱਚ ਕੰਮ ਕਰਦਾ ਐਡਮਿਨ। It was funny when we gave the male Milaap attendance the first week. Many people lost the attendance. Pastor जी, पता नहीं मुझे मेरा attendance किधर गया, बच्चों ने लिया, किसने जलाया। कहते पहले मेरी attendance ही गायब। But I know now you are doing it well. Praise the Lord. Okay, last thing. Read Aman Kumar, 1 Corinthians 7 verse 7. ਗ੍ਰੰਥੀਆਂ 7:10 ਵੀ ਚਾਹੁੰਦਾ ਹਾਂ ਕਿ ਸਾਰੇ ਮਨੁੱਖ ਇਹੋ ਜਿਹੇ ਹੋਣ ਜਿਹੋ ਜਿਹਾ ਮੈਂ ਆਪ ਹਾਂ, ਪਰ ਹਰੇਕ ਨੇ ਆਪਣਾ ਦਾਨ ਪਰਮੇਸ਼ਵਰ ਤੋਂ ਪਾਇਆ ਹੈ, ਕਿਸੇ ਨੇ ਕਿਸ ਪ੍ਰਕਾਰ ਦਾ, ਕਿਸੇ ਨੇ ਉਸ ਪ੍ਰਕਾਰ ਦਾ। Amen. Now there is a gift of celibacy. ਹੁਣ ਆਪਾਂ ਦੇਖਦੇ ਹਾਂ ਕਿ ਇੱਥੇ ਇੱਕ ਗਿਫਟ ਹੈਗਾ, ਵਰਦਾਨ, ਉਹ ਹੈਗਾ ਕਿ ਕਹ ਲਓ ਅਵਿਵਾਹਿਤ ਜੀਵਨ ਜੀਣ ਦਾ, ਬ੍ਰਹਮਚਾਰੀ ਦਾ ਪੰਜਾਬੀ ਚ। According to the Bible, you can be celibate only for one reason, and that is to serve the Lord. ਤੇ ਬਾਈਬਲ ਦੇ ਮੁਤਾਬਿਕ ਕੀ ਹੈ ਕਿ ਸਿਰਫ ਇੱਕ ਹੀ ਕਾਰਨ ਹੈ ਜਿਹਦੇ ਕਰਕੇ ਜੇ ਤੁਸੀਂ ਆਪਣੇ ਜੀਵਨ 'ਚ ਅਵਿਵਾਹਿਤ ਰਹਿਣਾ ਚਾਹੁੰਦੇ ਹੋ, ਤੇ ਉਹ ਉਸ ਦਾ ਕਾਰਨ ਆ ਹੋਣਾ ਚਾਹੀਦਾ, ਰੀਜ਼ਨ ਆ ਹੋਣਾ ਚਾਹੀਦਾ ਉਸ ਦੇ ਪਿੱਛੇ ਕਿ ਪਰਮੇਸ਼ਰ ਦੇ ਰਾਜ ਨੂੰ ਅੱਗੇ ਲੈ ਕੇ ਜਾਣਾ। And this comes natural to many people. ਤੇ ਇਹ ਕੀ ਹੁੰਦਾ ਕਿ ਆਪਣੇ ਆਪ ਕਿਸੇ ਦੇ ਕਈ ਲੋਕਾਂ ਦੇ ਵਿੱਚ ਨੈਚੁਰਲੀ ਹੁੰਦਾ ਇਸ ਚੀਜ਼ ਨੂੰ ਲੈ ਕੇ। God gives them the grace not to have maybe sexual desires, not to desire to marry, but they are happy the way they are because they want to serve the Lord. ਇਹਦੇ ਲਈ ਕੀ ਹੈ, ਇਸ ਵਰਦਾਨ ਦੇ ਲਈ ਕੀ ਹੈ, ਪਰਮੇਸ਼ਰ ਦੀ ਤਰਫ ਤੋਂ ਅਨੁਗ੍ਰਹ ਕੀਤਾ ਜਾਂਦਾ ਹੈ, ਅਨੁਗ੍ਰਹ ਦਿੱਤਾ ਜਾਂਦਾ ਹੈ ਕਿ ਉਹ ਇੱਕ ਮੀਨਸ ਰਿਲੇਸ਼ਨਸ਼ਿਪ ਦੇ ਬਿਨਾ ਮੀਨਸ ਉਹਨਾਂ ਨੂੰ ਐਸਾ ਡਿਜ਼ਾਇਰ ਨਹੀਂ ਆਏਗਾ, ਸੈਕਸ਼ੂਅਲ ਡਿਜ਼ਾਇਰਸ ਨਹੀਂ ਆਣਗੇ ਉਹਨਾਂ ਨੂੰ, ਤੇ ਇਸ ਚੀਜ਼ ਦੇ ਲਈ ਉਹਨਾਂ ਦੇ ਉੱਪਰ ਅਨੁਗ੍ਰਹ ਕੀਤਾ ਜਾਂਦਾ ਕਿ ਇਸ ਵਰਦਾਨ ਨੂੰ ਉਹ ਸਿਰਫ ਤੇ ਸਿਰਫ ਪਰਮੇਸ਼ਰ ਦੇ ਰਾਜ ਦੇ ਲਈ ਇਸਤੇਮਾਲ ਕਰਨ। Definitely this gift is not in me, in Davinder and Aman Kumar. ਇਹ ਗਿਫਟ ਨਹੀਂ ਹੈ ਪਾਸਟਰ ਜੀ ਦੇ ਅੰਦਰ ਤੇ ਦਵਿੰਦਰ ਦੇ ਅੰਦਰ, ਅਮਨ ਦੇ ਅੰਦਰ, Because we are married to our wives. ਅਸੀਂ ਵਿਵਾਹਿਤ ਹਾਂ। But also many people say, oh, my parents had a bad experience in marriage, that's why I don't want to get married. Or they say, oh, I saw my because of this reason, that reason, and these are not good reasons. I believe if you have a desire to marry, it's okay, there's nothing wrong in that. But many people say, oh, I don't want to get married because my parents divorced, or I saw somebody else, their marriage was not good. The only reason God allows us to be single and celibate is to serve the Lord. ਤੇ ਇਹਦਾ ਕਾਰਨ ਇਹ ਨਹੀਂ ਹੋਣਾ ਚਾਹੀਦਾ ਕਿ ਕੋਈ ਅਵਿਵਾਹਿਤ ਹੈ ਤੇ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਉਹਨਾਂ ਦੇ ਜੋ ਮਾਤਾ ਪਿਤਾ ਸੀਗੇ, ਜੋ ਪੇਰੈਂਟਸ ਸੀਗੇ, ਉਹ ਉਹਨਾਂ ਨੂੰ, ਉਸ ਬੱਚੇ ਨੂੰ, ਉਹਨਾਂ ਨੂੰ ਚੰਗਾ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਦੇਖਿਆ, ਇੱਕ ਮੈਰਿਟਲ, ਤੇ ਤਾਂ ਕਰਕੇ ਉਸ 'ਚ ਪ੍ਰਭਾਵ ਪਿਆ ਤੇ ਉਹ ਉਸ ਚੀਜ਼ ਨੂੰ ਚੰਗਾ ਨਹੀਂ ਸਮਝਦਾ, ਜਾਂ ਫਿਰ ਕਿਸੇ ਦੇ ਰਿਲੇਸ਼ਨਸ਼ਿਪ 'ਚ ਐਸੇ ਕੋਈ ਕੁਝ ਹੋਇਆ ਕਿ ਉਹ ਉਸ ਤੋਂ ਬਾਅਦ ਉਹਦੇ ਵਿੱਚ ਨਹੀਂ ਗਏ। ਤੇ ਇਹ ਕਾਰਨ ਦੇ ਲਈ ਮੀਨਸ ਬਾਈਬਲ ਨਹੀਂ ਦੱਸਦੀ ਹੈ ਕਿ ਉਹਨਾਂ ਨੂੰ ਅਵਿਵਾਹਿਤ ਰਹਿਣਾ ਚਾਹੀਦਾ ਹੈ, ਪਰ ਜੋ ਪਰਮੇਸ਼ਰ ਦੇ ਰਾਜ ਦੇ ਲਈ ਆਪਣੇ ਆਪ ਨੂੰ ਰੱਖਣਾ ਚਾਹੁੰਦੇ, ਕਰਨਾ ਚਾਹੁੰਦੇ, ਫਿਰ ਉਹਨੂੰ ਸਹੀ ਕਿਹਾ ਗਿਆ। Yeah, you don't remain celibate because, oh, you were in a relationship with somebody and your girlfriend or boyfriend left you, and now you say, oh, badla lunga main pura life I will be single. No, this is not right. If you want to be single, you need to be available for the Lord. There has to be a absolute maqsad, purpose to serve the Lord.
ਜਿਵੇਂ ਬਾਈਬਲ ਪਾਸਟਰ ਜੀ ਨੇ ਦੱਸਿਆ ਬਾਈਬਲ ਦੇ ਵਿੱਚੋਂ ਕਿ ਇਹ ਗਿਫਟ ਇਹ ਵਰਦਾਨ ਉਹਨਾਂ ਦੇ ਲਈ ਹੈ। ਮੰਨ ਲਓ ਕਿ ਐਵੇਂ ਨਹੀਂ ਕਿ ਜਿਨ੍ਹਾਂ ਦੇ ਨਾਲ ਕੁਝ ਹੋ ਗਿਆ ਜਾਂ ਫਿਰ ਜਿਹਨੇ ਆਪਣੇ ਬੈਡ ਐਕਸਪੀਰੀਅੰਸ ਦੇ ਕਾਰਨ ਉਹ ਇੱਕ ਬਦਲੇ ਦੇ ਵਾਂਗ ਜਾਂ ਫਿਰ ਗਿਲਟ ਦੇ ਕਾਰਨ ਉਹ ਆਪਣੇ ਆਪ ਨਾਲ ਸੋਚਣ ਕਿ ਹੁਣ ਮੈਂ ਪੂਰੀ ਜ਼ਿੰਦਗੀ ਮੈਂ ਨਹੀਂ ਮੀਨਸ ਮੈਰਿਜ ਕਰਾਂਗਾ, ਤੇ ਉਸ ਚੀਜ਼ ਦੇ ਲਈ ਨਹੀਂ ਇਹ ਵਰਦਾਨ ਗੱਲ ਕਰ ਰਿਹਾ। ਇਹ ਇੱਕ ਦੂਸਰੇ ਤਰੀਕੇ ਨਾਲ ਗੱਲ ਕਰ ਰਿਹਾ ਕਿ ਜੋ ਪਰਮੇਸ਼ਰ ਦੇ ਰਾਜ ਦੇ ਲਈ ਆਪਣੇ ਆਪ ਨੂੰ ਆਪਣੀ ਇੱਛਾ ਦੇ ਨਾਲ ਰੱਖਦੇ ਆ। Amen. ਤੇ ਅਨੁਗ੍ਰਹ ਹੁੰਦੇ With ਉਹਨਾਂ ਦੇ। with all the gifts that we have mentioned, you have noticed there is no gift of worship. Worship everybody has to do. Hallelujah. ਆਪਾਂ ਜਿੰਨੇ ਵੀ ਵਰਦਾਨ ਦੇਖੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ, ਆਪਾਂ ਉਹਨਾਂ ਵਿੱਚ ਵੇਖਿਆ ਕਿ ਵਰਸ਼ਿਪ ਜੋ ਹੈ ਉਹਦਾ ਜ਼ਿਕਰ ਨਹੀਂ ਹੋਇਆ, ਕਿਉਂਕਿ ਵਰਸ਼ਿਪ ਇੱਕ ਵਰਦਾਨ ਨੇ, ਇਹ ਸਭ ਦੇ ਲਈ ਹੈ। Amen. Amen. So may the Lord bless you, and may you develop in your own giftings, whatever it is, whether it is the fivefold ministries, whether it is the gift of the Holy Spirit or the gifts of the Father. May you be blessed in Jesus' name. ਇਹ ਪਰਮੇਸ਼ਰ ਖੁਦਾਵੰਦ ਤੁਹਾਨੂੰ ਸਭ ਨੂੰ ਬਲੈਸ ਕਰੇ ਇਸ ਦੇ ਵਿੱਚ ਕਿ ਜੋ ਜਿੰਨੇ ਵੀ ਵਰਦਾਨ ਉਹਨਾਂ ਸਭ ਦੇ ਵਿੱਚ ਤੁਸੀਂ ਵਧੋ, ਜੋ ਜੋ ਤੁਹਾਡਾ ਆਪਣਾ ਆਪਣਾ ਹਰੇਕ ਦਾ ਵਰਦਾਨ ਹੈ ਜੋ ਮਿਲਿਆ ਉਹਦੇ ਵਿੱਚ ਆਪਾਂ ਵਧੀਏ, ਤੇ ਪਰਮੇਸ਼ਰ ਸਾਰੇ ਵਰਦਾਨਾਂ ਦੇ ਨਾਲ ਅਨੁਗ੍ਰਹ ਕਰੇ। Amen. Amen. Amen.